ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਸਵੇਰ ਸਾਂਝ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਲੋਕ ਸਭਾ ਦੀ ਜਿਮਨੀ ਚੋਣ ਦੀ। ਜਿਮਨੀ ਚੋਣ ਜਿਸ ਨੂੰ ਲੈ ਕੇ ਕਿ ਭਾਵੇਂ ਕਿ ਜਿਮਨੀ ਚੋਣ ਦਸੰਬਰ ਦੇ ਵਿੱਚ ਹੋਣੀ ਹੈ, ਲੇਕਿਨ ਭਾਜਪਾ ਦੇ ਵੱਲੋਂ ਆਪਣੇ ਪੱਤੇ ਖੋਲਣੇ ਸ਼ੁਰੂ ਕਰ ਦਿੱਤੇ ਗਏ ਨੇ। ਸੋ ਕਿਹੜੇ ਉਮੀਦਵਾਰ ਹੋ ਸਕਦੇ ਨੇ ਭਾਜਪਾ ਦੇ ਵੱਲੋਂ ਜੋ ਸੰਗਰੂਰ ਦੀ ਲੋਕ ਸਭਾ ਸੀਟ ਦੇ ਲਈ ਉਮੀਦਵਾਰ ਹੋ ਸਕਦੇ ਨੇ, ਇਸ ਬਾਰੇ ਗੱਲਬਾਤ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਬਾਦਲ ਦੀ ਸੁਖਬੀਰ ਬਾਦਲ ਯਾਨੀ ਕਿ ਬਾਦਲ ਪਰਿਵਾਰ ਅਤੇ ਐਸਜੀਪੀਸੀ ਭਗਵੰਤ ਮਾਨ ਦੇ ਮੁੱਦੇ ਦੇ ਉੱਪਰ ਆਮਣੋ ਸਾਹਮਣੇ ਹੋ ਗਏ ਨੇ। ਕਿਸ ਮੁੱਦੇ ਦੇ ਉੱਪਰ ਬਾਦਲ ਪਰਿਵਾਰ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਜੀ ਆਮਣ ਸਾਹਮਣੇ ਹੋਏ ਨੇ, ਇਸ ਬਾਰੇ ਗੱਲਬਾਤ ਕਰਾਂਗੇ। ਪਹਿਲੀ ਗਰੰਟੀ ਦੀ ਅਰਵਿੰਦ ਕੇਜਰੀਵਾਲ ਦੀ ਪਹਿਲੀ ਗਰੰਟੀ ਜਦੋਂ ਹੀ ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ, ਲੇਕਿਨ ਇਸ ਦੇ ਉੱਪਰ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਕਿਸ ਤਰ੍ਹਾਂ ਦੇ ਸਵਾਲ ਉੱਠੇ ਨੇ ਤੇ ਕਿੰਨਾ ਵੱਲੋਂ ਇਹ ਗਰੰਟੀ ਦੇ ਉੱਪਰ ਸਵਾਲ ਉੱਠੇ ਨੇ, ਕਿਸ ਤਰ੍ਹਾਂ ਦੇ ਸਵਾਲ ਉੱਠੇ ਨੇ, ਇਸ ਬਾਰੇ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਸਾਡੇ ਵਿਦਵਾਨ ਸਿੱਖ ਵਿਦਵਾਨ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਬ੍ਰਿੰਗ ਸਾਹਿਬ। ਸਭ ਤੋਂ ਪਹਿਲਾਂ ਕਰਾਂਗੇ ਸਵਾਗਤ ਖਾਨਪੁਰ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਮਾਨ ਸਾਹਿਬ, ਮੈਂ ਵਿਨਿੰਗ ਪ੍ਰੋਗਰਾਮ ਦੇ ਇਸ ਐਪੀਸੋਡ ਦੇ ਵਿੱਚ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਸਮੁੱਚੇ ਸਰੋਤਿਆਂ ਨੂੰ ਆਪਣੇ ਮਨ ਦੀਆਂ ਗਹਿਰਾਈਆਂ ਤੋਂ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਖਾਨਪੁਰ ਸਾਹਿਬ, ਖਬਰਾਂ ਸਾਰੀਆਂ ਅਹਿਮ ਨਹੀਂ ਗੀਆਂ, ਇੱਕ ਹੋਰ ਬੜੀ ਅਹਿਮ ਖਬਰ ਹੈ। ਅੱਜ ਸੀਐਮ ਸਾਹਿਬ ਮੀਟਿੰਗ ਕਰਨਗੇ ਕਿਸਾਨਾਂ ਦੇ ਨਾਲ। ਸੋ ਕਿਸਾਨਾਂ ਦੇ ਨਾਲ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੀ ਗੱਲਬਾਤ ਹੋਏਗੀ ਉਹ ਵੀ ਆਪਾਂ ਦਰਸ਼ਕਾਂ ਦੇ ਨਾਲ ਬਿਲਕੁਲ ਚਰਚਾ ਕਰਾਂਗੇ। ਉਸ ਦੇ ਉੱਪਰ ਮੰਗਾਂ ਕੁਝ ਰੱਖਣ ਜਾ ਰਹੇ ਨੇ, ਕੁਝ ਅਪੀਲ ਕਰਨ ਜਾ ਰਹੇ ਨੇ ਸੀਐਮ ਸਾਹਿਬ। ਅਪੀਲ ਕਿਸਾਨ ਮੰਨਣਗੇ ਜਾਂ ਨਹੀਂ ਮੰਨਣਗੇ, ਇਸ ਬਾਰੇ ਵੀ ਆਪਾਂ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਲੇਕਿਨ ਸਭ ਤੋਂ ਪਹਿਲਾਂ ਅਹਿਮ ਖਬਰ ਜਿਮਨੀ ਚੋਣ, ਸੰਗਰੂਰ ਦੀ ਜਿਮਨੀ ਚੋਣ। ਕਿਉਂਕਿ ਭਗਵੰਤ ਮਾਨ ਜਦੋਂ ਵਿਧਾਇਕ ਚੁਣੇ ਗਏ ਸੀ ਉਹ ਸੀਐਮ ਵੀ ਬਣ ਚੁੱਕੇ ਨੇਗੇ, ਲੇਕਿਨ ਉਹਨਾਂ ਦੇ ਵੱਲੋਂ ਆਪਣੇ ਅਸਤੀਫਾ ਦਿੱਤਾ ਗਿਆ ਸੀਗਾ ਲੋਕ ਸਭਾ ਦੀ ਸੀਟ ਸੰਗਰੂਰ ਤੋਂ, ਜਿਸ ਦੇ ਉੱਪਰ ਕਿ ਹੁਣ ਜਿਮਨੀ ਚੋਣ ਹੋਏਗੀ ਦਸੰਬਰ ਦੇ ਵਿੱਚ। ਭਾਵੇਂ ਕਿ ਕਾਂਗਰਸ ਦੀ ਗੱਲ ਕਰੀਏ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਜਾਂ ਫਿਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਇਸ ਦੇ ਉੱਪਰ ਅਜੇ ਤੱਕ ਕੋਈ ਪੱਤੇ ਨਹੀਂ ਖੋਲੇ। ਲੇਕਿਨ ਭਾਜਪਾ ਸਭ ਤੋਂ ਅੱਗੇ ਦਿਖਦੀ ਹੈ ਇਸ ਮਾਮਲੇ ਦੇ ਵਿੱਚ। ਭਾਜਪਾ ਦੇ ਵੱਲੋਂ ਪੱਤੇ ਖੋਲਣੇ ਸ਼ੁਰੂ ਹੋ ਗਏ ਨੇ। ਸੋ ਉਹਨਾਂ ਦੋ ਉਮੀਦਵਾਰ ਸਾਹਮਣੇ ਲੈ ਕੇ ਆਈ ਹੈ ਭਾਜਪਾ, ਜਿਸ ਦੇ ਵਿੱਚ ਕਿ ਇੱਕ ਅਰਵਿੰਦ ਖੰਨਾ ਨੇ ਜੋ ਕਿ ਵਿਧਾਨ ਸਭਾ ਸੀਟ ਵੀ ਲੜ ਚੁੱਕੇ ਨੇ, ਭਾਵੇਂ ਹਾਰ ਗਏ ਸੀ, ਤੇ ਦੂਸਰਾ ਢੀਂਡਸਾ ਪਰਿਵਾਰ ਵੱਲੋਂ ਪਰਮਿੰਦਰ ਢੀਂਡਸਾ, ਕਿਉਂਕਿ ਭਾਈਵਾਲ ਪਾਰਟੀ ਹੈ ਭਾਜਪਾ ਦੀ ਪੰਜਾਬ ਦੇ ਵਿੱਚ। ਸੋ ਇਹਨਾਂ ਦੋ ਨਾਮਾਂ ਦੇ ਉੱਪਰ ਚਰਚਾ ਸ਼ੁਰੂ ਹੋ ਗਈ ਹੈ। ਕਿਵੇਂ ਦੇਖ ਰਹੇ ਹੋ ਦੋਹਾਂ ਦੇ ਵਿੱਚੋਂ ਕਿਹੜਾ ਉਮੀਦਵਾਰ ਹੋ ਸਕਦਾ ਭਾਜਪਾ ਦਾ ਲੋਕ ਸਭਾ ਸੀਟ ਦੇ ਲਈ, ਤੇ ਕਿੰਨੀ ਕੁ ਤਿਆਰੀ ਆਪਾਂ ਜ਼ਮੀਨੀ ਪੱਧਰ ਤੇ ਜੇਕਰ ਦੇਖੀਏ ਭਾਜਪਾ ਕਿੰਨੀ ਕੁ ਤਿਆਰ ਹੈ ਇਸ ਲੋਕ ਸਭਾ ਜਿਮਨੀ ਚੋਣ ਦੇ ਲਈ? ਮਾਨ ਸਾਹਿਬ, ਭਗਵੰਤ ਮਾਨ ਜੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸੀ ਜੀ, ਔਰ ਲਗਾਤਾਰ ਜਿੱਤਦੇ ਆ ਰਹੇ ਸੀ ਜੀ। ਉਹ ਹੁਣ ਮੁੱਖ ਮੰਤਰੀ ਨੇ ਪੰਜਾਬ ਦੀ ਬਾਗਡੋਰ ਉਹਨਾਂ ਦੇ ਹੱਥ ਦੇ ਵਿੱਚ ਹੈ। ਬਹੁਤ ਵੱਡੀ ਮੈਜੋਰਟੀ ਦੇ ਨਾਲ ਉਹਨਾਂ ਨੇ ਸਰਕਾਰ ਬਣਾਈ ਹੈ। ਇਹ ਚੋਣ ਸੰਗਰੂਰ ਦੀ ਪਾਰਲੀਮੈਂਟ ਦੀ ਖਾਲੀ ਹੋਈ ਹੈ। ਇਸ ਦੇ ਵਿੱਚ ਦੋ ਦਿਗਜ ਪਰਿਵਾਰ ਜਿਹੜੇ ਕਿ ਸਿਆਸੀ ਅਸਰ ਰੂਹ ਚੰਗਾ ਰੱਖਦੇ ਨੇ, ਸਰਦਾਰ ਢੀਂਡਸਾ ਸਾਹਿਬ, ਉਹਨਾਂ ਦੇ ਪੁੱਤਰ ਸਰਦਾਰ ਪਰਮਿੰਦਰ ਸਿੰਘ ਜੀ, ਤੇ ਦੂਜੇ ਪਾਸੇ ਅਰਵਿੰਦ ਖੰਨਾ, ਜੋ ਅਰਵਿੰਦ ਖੰਨਾ ਨੇ ਇਹ ਮਹਾਰਾਜਾ ਅਮਰਿੰਦਰ ਸਿੰਘ ਦੀ ਭੂਆ ਦੇ ਪੁੱਤਰ ਨੇ ਸ਼ਿਮਲੇ ਤੋਂ, ਤੇ ਇਹਨਾਂ ਨੇ ਸਭ ਤੋਂ ਪਹਿਲਾਂ ਇਲੈਕਸ਼ਨ ਰਾਜਪੁਰੇ ਤੋਂ ਲੜੀ ਸੀਗੀ ਪਰ ਬਹੁਤ ਬੁਰੀ ਤਰ੍ਹਾਂ ਹਾਰ ਗਏ ਸੀ। ਉਸ ਤੋਂ ਬਾਅਦ ਇਹਨਾਂ ਨੇ ਫਿਰ ਇਲੈਕਸ਼ਨ ਲੜੀ, ਫਿਰ ਹਾਰ ਗਏ। ਇਹ ਤੀਜੀ ਵਾਰ ਕਿਤੇ ਐਮਐਲਏ ਬਣੇ ਸੀ। ਪਾਰਟੀਆਂ ਇਹ ਬੜੀਆਂ ਬਦਲਦੇ ਰਹੇ, ਕਦੇ ਕਿਸੇ ਪਾਰਟੀ ਵਿੱਚ ਕਦੇ ਕਿਸੇ ਪਾਰਟੀ ਪਰ, ਕਿਸੇ ਪਾਰਟੀ ਵਿੱਚ ਸਥਿਰ ਨਹੀਂ ਰਹੇ ਹੈਗੇ ਜੀ। ਬਹੁਤ ਵੱਡੇ ਹੀਰਿਆਂ ਦੇ ਕਾਰੋਬਾਰੀ ਨੇ, ਅੱਛੇ ਇਨਸਾਨ ਨੇ, ਕਈ ਇਹਨਾਂ ਨੇ ਟਰਸਟ ਵੀ ਬਣਾਏ ਹੋਏ ਨੇ ਜਿਹੜੇ ਕਿ ਸਮਾਜ ਸੇਵਾ ਦੇ ਕੰਮ ਕਰਦੇ ਨੇ। ਲੇਕਿਨ ਸਮਾਜ ਸੇਵਾ ਤੇ ਸਿਆਸਤ ਇਹਦੇ ਵਿੱਚ ਜਿਵੇਂ ਸਮਾਨ ਦਾ ਫਰਕ ਹੈ। ਜਿਹੜੀ ਸਮਾਜ ਸੇਵਾ ਹੈ ਉਹ ਤਾਂ ਇੱਕ ਨਿਸ਼ਕਾਮ ਹੁੰਦੀ ਹੈ, ਉਹਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਵੀ ਕਿਹੜੀ ਪਾਰਟੀ ਦਾ ਕੌਣ ਹੈ, ਇਹਨੂੰ ਇਹ ਗ੍ਰਾਂਟ ਜਾਂ ਇਹਦੀ ਸਹਾਇਤਾ ਕਰਨੀਆਂ ਨੇ। ਜਿਹੜੀ ਸਿਆਸਤ ਹੈ ਇਹ ਸਿਆਸਤਾਂ ਦੇਖ ਕੇ ਕਸੀਦੇ ਕੱਢੇ ਜਾਂਦੇ ਨੇ ਕਿ ਇੱਥੇ ਕਿਹੜੀ ਬੂਟੀ ਪਾਉਣੀ ਚਾਹੀਦੀ ਹੈ, ਇੱਥੇ ਕਿਹੜਾ ਟਾਂਕਾ ਲਾਉਣਾ ਚਾਹੀਦਾ, ਇੱਥੇ ਕਿਹੜਾ ਪੋਚਾ ਫੇਰਨਾ ਚਾਹੀਦਾ। ਇਸ ਲਈ ਸਿਆਸਤ ਦਾ ਅਤੇ ਲੋਕ ਸੇਵਾ ਦਾ ਬਹੁਤ ਜਿਵੇਂ ਸਮਾਨ ਦਾ ਫਰਕ ਹੈ। ਰਹੀ ਗੱਲ ਭਾਰਤੀ ਜਨਤਾ ਪਾਰਟੀ,
ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਤੇ ਮਹਾਰਾਜਾ ਅਮਰਿੰਦਰ ਸਿੰਘ ਦੇ ਰਿਸ਼ਤੇਦਾਰ ਨੇ, ਉਹ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਾਂਗਰਸ ਛੱਡ ਕੇ ਗਏ ਨੇ। ਦੂਜੇ ਪਾਸੇ ਢੀਂਡਸਾ ਸਾਹਿਬ ਦਾ ਵੀ ਬੀਜੇਪੀ ਦੇ ਨਾਲ ਬਹੁਤ ਨੇੜੇ ਦਾ ਰਿਸ਼ਤਾ ਹੈ, ਕਿਉਂਕਿ ਜਿੰਨੀ ਦੇਰ ਅਕਾਲੀ ਦਲ ਦੀ ਸਾਂਝ ਰਹੀ ਹੈ ਉਹ ਧੀਰੋ ਰਾਜ ਸਭਾ ਦੇ ਮੈਂਬਰ ਰਹੇ ਨੇ, ਹਾਰੇ ਹੋਏ ਵੀ ਰਾਜ ਸਭਾ ਦੇ ਮੈਂਬਰ ਰਹੇ ਨੇ। ਇਹ ਅਕਾਲੀ ਦਲਾਂ ਦੀ ਇੱਕ ਵੱਡੀ ਉਹ ਸੀ ਕਿ ਜਿਹੜਾ ਬੰਦੇ ਨਾਲ ਜੁੜ ਗਿਆ, ਚਾਹੇ ਉਹ ਕਿਹਾ ਜੀ ਚੰਗਾ ਮਾੜਾ, ਉਹਨੂੰ ਹਾਰੇ ਹੋਏ ਨੂੰ ਵੀ ਪੂਰਾ ਆਨੰਦ ਮਾਣਦਾ ਰਹੇ। ਪਰ ਪਤਾ ਨਹੀਂ ਲੱਗਦਾ ਅਕਾਲੀ ਦਲ ਤੋਂ ਇੰਨਾ ਆਨੰਦ ਮਾਣ ਕੇ ਅਕਾਲੀ ਦਲ ਨੂੰ ਛੱਡ ਕੇ ਫਿਰ ਆਪਣੀ ਪਾਰਟੀ ਬਣਾਈ। ਇਹ ਹਰ ਇਨਸਾਨ ਦੀ ਆਪਣੀ ਸੋਚ ਹੈ। ਉਹ ਵੀ ਇਸ ਮੈਦਾਨ ਦੇ ਵਿੱਚ ਆਪਣੇ ਸੁਪੁੱਤਰ ਦੇ ਪੈਰ ਜਮਾਉਣ ਦੇ ਲਈ ਉਹਨੂੰ ਦਿੱਲੀ ਦਾ ਪਾਰਲੀਮੈਂਟ ਦੇ ਵਿੱਚ ਭੇਜਣ ਦਾ ਇਹਨਾਂ ਦੀ ਇੱਛਾ ਹੈ ਜੀ। ਮੈਂ ਤਾਂ ਦੇਖਿਆ ਪੁੱਤਰਾ, ਪਹਿਲਾਂ ਮੈਂ ਤੈਨੂੰ MLA ਬਣਾਇਆ, ਹੋਰ ਵੀ ਇਲਾਕੇ 'ਚ ਬਥੇਰੇ ਵਰਕਰ ਸੀਗੇ ਅਕਾਲੀ, ਕਿਸੇ ਨੂੰ ਨਹੀਂ ਨੇੜੇ ਲੱਗਣ ਦਿੱਤਾ, ਤੈਨੂੰ MLA ਬਣਾਤਾ। ਹੁਣ ਮੇਰੀ ਇੱਛਾ ਹੈ, ਆਖਰੀ ਇੱਛਾ, ਕਿਉਂਕਿ ਉਮਰ ਵੀ 80-85 ਸਾਲ ਤੋਂ ਉੱਤੇ ਹੋ ਗਈ ਹੈ, ਬਈ ਇੱਕ ਵਾਰ ਪੁੱਤ ਮੋਹ ਹਰ ਇੱਕ ਲੀਡਰ ਨੂੰ ਹੁੰਦਾ। ਹਰ ਬੰਦਾ ਕਹਿੰਦਾ ਮੇਰਾ ਪੁੱਤ, ਮੇਰੀ ਧੀ, ਮੇਰਾ ਸਾਲਾ, ਮੇਰੀ ਘਰ ਵਾਲੀ ਹੋਵੇ। ਇਸ ਲਈ ਇਹਨਾਂ ਨੇ ਵੀ ਆਪਣੇ ਪੁੱਤ ਨੂੰ ਰਾਜ ਸਭਾ ਪਾਰਲੀਮੈਂਟ ਦੀ ਸੀਟ ਤੇ ਲੜਾਉਣ ਦਾ ਇਰਾਦਾ ਕੀਤਾ। ਪਰ ਇਹ ਦੇਖਣਾ ਹੁਣ ਪਬਲਿਕ ਨੇ, ਕਿਉਂਕਿ ਭਾਰਤੀ ਜਨਤਾ ਪਾਰਟੀ ਬਹੁਤ ਵੱਡੇ ਦਾਅਵੇ ਕਰਦੀ ਹੈ, ਸੈਂਟਰ 'ਚ ਉਹਨਾਂ ਦੀ ਸਰਕਾਰ ਹੈ ਵੀ ਅਸੀਂ ਸੀਟ ਜਿੱਤਾਂਗੇ, ਅਸੀਂ ਸੀਟ ਕੱਢ ਲਾਂਗੇ। ਪਰ ਤੁਸੀਂ ਦੇਖੋ ਜਿਮਨੀ ਚੋਣਾਂ ਹੁਣ ਪਿੱਛੇ 3 ਸਟੇਟਾਂ 'ਚ ਹੋਈਆਂ ਨੇ ਜੀ, ਮਹਾਰਾਸ਼ਟਰ ਵਿੱਚ ਹੋਈਆਂ ਨੇ, ਬਿਹਾਰ 'ਚ ਹੋਈਆਂ ਨੇ, ਝਾਰਖੰਡ, ਜਿੱਥੇ ਇਹਨਾਂ ਦਾ ਬਿਲਕੁਲ ਭਾਰਤੀ ਜਨਤਾ ਪਾਰਟੀ ਦਾ ਸਫਾਇਆ ਹੋ ਗਿਆ। ਲੋਕ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਨਹੀਂ ਲਾਉਂਦੇ, ਕਿਉਂਕਿ ਇਹਨਾਂ ਦੀ ਦੋਗਲੀ ਪਾਲਸੀ ਹੈ। ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨ ਦਾਸ ਬਣ ਜਾਂਦੇ ਨੇ। ਇਹ ਕੋਈ ਠੋਸ ਪ੍ਰੋਗਰਾਮ ਦੇ ਕੇ ਕੋਈ ਪੰਜਾਬ ਦੇ ਪ੍ਰਤੀ ਨਹੀਂ ਇਹਨਾਂ ਦਾ। ਪੰਜਾਬ ਦੇ ਜਿਹੜੇ ਆਪਣੇ ਲੀਡਰ ਨੇ, ਪੰਜਾਬ ਦੇ ਜਿਹੜੇ ਇਹਨਾਂ ਨੇ ਪਲਾਂਟ ਕੀਤੇ ਹੋਏ ਨੇ, ਉਹਨਾਂ ਦੀ ਆਪਸ 'ਚ ਸੁਰ ਨਹੀਂ ਰਲਦੀ। ਤੇ ਅਸ਼ਵਨੀ ਸੇਖੜੀ ਕੋਈ ਹੋਰ ਬਿਆਨ ਦਿੰਦੇ ਹੁੰਦੇ ਨੇ, ਸਰਦਾਰ ਗਰੇਵਾਲ ਸਾਹਿਬ ਉਹ ਕੋਈ ਹੋਰ ਬਿਆਨ ਦਿੰਦੇ ਹੁੰਦੇ ਨੇ। ਇਸ ਲਈ ਜਿਹੜੀਆਂ ਅਗਲੀ ਦਸੰਬਰ ਦੇ ਵਿੱਚ ਇਲੈਕਸ਼ਨ ਨਾਲ ਹੋਈ ਹੈ, ਉਹਦੇ ਵਿੱਚ ਜਿਸ ਤੱਕ ਮੇਰਾ ਆਪਣਾ ਅੰਦਾਜ਼ ਹੈ, ਉਹ ਆਮ ਆਦਮੀ ਪਾਰਟੀ ਦੇ ਹੱਥੋਂ ਮੈਂਬਰ ਪਾਰਲੀਮੈਂਟ ਬਣੇਗਾ, ਕਿਉਂਕਿ ਜਿਹਦੀ ਸਰਕਾਰ ਜਿਹਦੀ ਲਾਠੀ ਉਸੇ ਦੀ ਮਹਿਸ ਹੁੰਦੀ ਹੈ। ਦੂਜਾ ਜਿੰਨਾ ਮਰਜ਼ੀ ਆਪਣਾ ਦਾਅਵਾ ਦਿਖਾਏ, ਨਹੀਂ ਜਿੱਤਿਆ ਜਾਂਦਾ। ਬਾਕੀ ਫੈਸਲਾ ਲੋਕਾਂ ਨੇ ਕਰਨਾ ਹੈ, ਜਾਂ ਸਮਾਂ 4-5 ਮਹੀਨੇ ਦਾ ਪਿਆ। ਇਹ 4-5 ਮਹੀਨੇ ਦੇ ਵਿੱਚ ਸਰਕਾਰ ਆਪਣੀ ਕਿੰਨੀ ਕੁ ਪੈਂਟ ਹੋਰ ਬਣਾ ਕੇ ਇਹ ਸੀਟ ਨੂੰ ਆਪਣੇ ਕਬਜ਼ੇ ਵਿੱਚ ਕਰ ਸਕਦੀ ਹੈ, ਇਹ ਤੁਹਾਡੇ ਸਾਹਮਣੇ ਜੀ। ਬਿਲਕੁਲ ਉਹ ਮਤਲਬ ਕਲੀਅਰ ਹੋ ਜਾਏਗਾ ਜੀ। ਪਰ ਤੁਸੀਂ ਇਹ ਕਹਿੰਦੇ ਨਜ਼ਰ ਆ ਰਹੇ ਹੋ ਵੀ ਭਾਜਪਾ ਨੇ ਭਾਵੇਂ ਸ਼ੁਰੂਆਤ ਹੁਣ ਕਰ ਦਿੱਤੀ ਹੈ, ਉਮੀਦਵਾਰਾਂ ਦੇ ਨਾਮ ਵੀ ਸਾਹਮਣੇ ਆਉਣ ਲੱਗੇ ਨੇ, ਚਲੋ ਕਲੀਅਰ ਹੋ ਜਾਏਗਾ ਕੁਝ ਦਿਨਾਂ ਦਾ ਬਾਅਦ ਵੀ ਕਿਹੜਾ ਲੀਡਰ ਹੋਏਗਾ। ਲੇਕਿਨ ਤੁਸੀਂ ਇਹ ਗੱਲ ਵੀ ਕਹਿੰਦੇ ਨਜ਼ਰ ਆਏ ਹੋ ਵੀ ਆਮ ਆਦਮੀ ਪਾਰਟੀ ਹੀ ਇਹ ਸੀਟ ਜਿੱਤੇਗੀ। ਚਲੋ ਇਹ ਦਸੰਬਰ ਦੇ ਵਿੱਚ ਕਲੀਅਰ ਹੋ ਜਾਏਗਾ। ਲੇਕਿਨ ਦੂਸਰੇ ਪਾਸੇ ਗੱਲ ਕਰੀਏ ਭਗਵੰਤ ਮਾਨ ਨੂੰ ਜੀ, ਜਿਸ ਨੂੰ ਲੈ ਕੇ ਕਿ ਪਿਛਲੇ ਦਿਨ ਬੜਾ ਵੱਡਾ ਬਵਾਲ ਹੋਇਆ ਸੀ ਵੀ ਉਹ ਦਾਰੂ ਪੀ ਕੇ ਤਖਤ ਦਮਦਮਾ ਸਾਹਿਬ ਉੱਪਰ ਮੱਥਾ ਟੇਕਿਆ, ਜਿਸ ਨੂੰ ਲੈ ਕੇ ਉਸ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਕਹਿ ਦਈਏ ਆਪਾਂ ਹੁਣ, ਸੁਖਬੀਰ ਬਾਦਲ ਜੀ, ਉਹਨਾਂ ਵੱਲੋਂ ਵੀ ਵੱਡਾ ਬਿਆਨ ਆਇਆ ਸੀ ਤੇ ਨਾਲ ਹੀ ਨਾਲ ਕਾਰਵਾਈ ਦੀ ਮੰਗ ਵੀ ਕੀਤੀ ਗਈ ਸੀ ਕਿ ਕਾਰਵਾਈ ਅਸੀਂ ਕਰਾਂਗੇ। ਲੇਕਿਨ ਇਸ ਵਿਵਾਦ ਦੇ ਉੱਪਰ SGPC ਦੇ ਮੈਂਬਰਾਂ ਨੇ, ਬਲਦੇਵ ਸਿੰਘ ਜੀ ਜੇਕਰ ਚੁੰਗਾ ਦੀ ਗੱਲ ਆਈਏ, ਉਹਨਾਂ ਨੇ ਵਿਰਾਮ ਲਗਾਤਾ। ਉਹ ਕਹਿੰਦੇ ਉਸ ਦਿਨ ਮੈਂ ਵੀ ਉੱਥੇ ਸੀਗਾ, ਮੇਰੀ ਗੱਲਬਾਤ ਵੀ ਹੋਈ ਹੈ, ਸ਼ਰੋਪਾ ਵੀ ਮੇਰੇ ਸਾਹਮਣੇ ਪਾਇਆ ਗਿਆ ਸੀਗਾ ਭਗਵੰਤ ਮਾਨ ਜੀ ਨੂੰ, ਲੇਕਿਨ ਉਹ ਕਹਿੰਦੇ ਵੀ ਉਹਨਾਂ ਦੀ ਕੋਈ ਦਾਰੂ ਨਹੀਂ ਪੀਤੀ ਹੋਈ ਸੀ। ਹੁਣ ਇਸ ਮਾਮਲੇ ਨੂੰ ਕਿਵੇਂ ਦੇਖੀਏ ਵੀ ਇੱਕ ਪਾਸੇ ਉਹ SGPC ਜਿਸ ਦੇ ਕਿ ਮੈਂਬਰ ਤਾਂ ਮੈਂਬਰ ਪ੍ਰਧਾਨ ਵੀ ਸੁਖਬੀਰ ਬਾਦਲ ਜਾਂ ਬਾਦਲ ਪਰਿਵਾਰ ਨੂੰ ਪੁੱਛੇ ਬਿਨਾਂ ਕੋਈ ਬਿਆਨ ਦਿੰਦੇ ਸੀ, ਹੁਣ ਸ਼ਰੇਆਮ ਸੁਖਬੀਰ ਬਾਦਲ ਦੇ ਬਿਆਨ ਦੀ ਨਿਖੇਧੀ ਕਰਦੇ ਹੋਏ ਨਜ਼ਰ ਆ ਰਹੇ ਨੇ। ਕਿਵੇਂ ਦੇਖ ਰਿਹਾ ਕਿ ਸੁਖਬੀਰ ਬਾਦਲ ਜਾਂ ਬਾਦਲ ਪਰਿਵਾਰ ਦੀ SGPC ਦੇ ਵਿੱਚ ਪੈਠ ਘਟਦੀ ਜਾ ਰਹੀ ਹੈ? ਸੋ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੇਖ ਰਿਹਾ ਵੀ SGPC ਬਾਦਲ ਪਰਿਵਾਰ ਦੇ ਸਕੰਜੇ ਚੋਂ ਮੁਕਤ ਹੋਏਗੀ? ਕਿਵੇਂ ਦੇਖ ਰਹੇ ਹੋ ਇਸ ਪੂਰੇ ਵਿਵਾਦ ਨੂੰ? ਇੱਕ ਪਾਸੇ ਬਾਦਲ ਪਰਿਵਾਰ ਹੈ, ਦੂਸਰੇ ਪਾਸੇ SGPC ਹੈ, ਕਿਵੇਂ ਦੇਖ ਰਹੇ ਹੋ? ਮਾਨ ਸਾਹਿਬ ਕਿਸੇ ਸ਼ਾਇਰ ਨੇ ਬਹੁਤ ਕਹਿੰਦੇ, ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਰਹਿਣ ਬਹਾਰਾ ਜੀ। ਇਹ ਜਿਹੜੀ ਸਤਾ ਹੁੰਦੀ ਹੈ ਹਮੇਸ਼ਾ ਨਹੀਂ ਰਹਿੰਦੀ ਹੈਗੀ। ਇਹ ਸਤਾ ਜਿਹੜੀ ਹੈਗੀ ਹੈ ਇਹ ਚੰਗੇ ਕਰਮ, ਭਗਤੀ, ਸੇਵਾ ਕਰਕੇ ਮਿਲਦੀ ਹੈ, ਪਰ ਇਸ ਸਤਾ ਤੋਂ ਬਾਅਦ ਫਿਰ ਨਰਕ ਦੀ ਜ਼ਿੰਦਗੀ ਭੋਗਣੀ ਪੈਂਦੀ ਹੈ। ਉਹ ਕਿਉਂ ਸਤਾ ਦੇ ਨਸ਼ੇ ਵਿੱਚ ਆ ਕੇ ਬੰਦਾ ਕਈ ਅਜਿਹੇ ਕੰਮ ਕਰ ਦਿੰਦਾ ਹੈ ਜਿਹਦੀ ਉਹਨੂੰ ਸਜ਼ਾ ਭੁਗਤਣੀ ਪੈਂਦੀ ਹੈ, ਔਰ ਪਿੱਛੇ ਮਿਲਦੀ ਰਹੀ ਹੈ। ਇਤਿਹਾਸ ਗਵਾਹ ਹੈਗਾ। ਜਿਸ ਦਿਨ ਸਰਦਾਰ ਭਗਵੰਤ ਮਾਨ ਜੀ ਵਿਸਾਖੀ ਵਾਲੇ ਦਿਨ ਦਮਦਮਾ ਸਾਹਿਬ ਨਤਮਸਤਕ ਹੋਣ ਵਾਸਤੇ, ਮੱਥਾ ਟੇਕਣ ਵਾਸਤੇ ਗਏ, ਉਹਨਾਂ ਦੇ ਨਾਲ ਕਿੱਡਾ ਅਮਲਾ ਫੈਲਾ ਸੀ। IG, DIG, DC, SDM, ਕਿੰਨਾ ਅਮਲਾ, ਮੇਰੇ ਖਿਆਲ ਸੈਂਕੜੇ ਹੀ ਬੰਦੇ ਨਾਲ ਹੁੰਦੇ।
ਤੇ ਇੱਕ ਬੰਦੇ ਦੀ ਸ਼ਰਾਬ ਪੀਤੀ ਹੋਵੇ, ਕਿਸੇ ਨੂੰ ਮੁਸ਼ਕ ਨਹੀਂ ਆਉਂਦੀ ਹੈਗੀ, ਜਿਹੜਾ ਉਹਦਾ ਅਮਲਾ ਹੈ, ਉਹ ਅਮਲਾ ਜਿਹੜਾ ਹੁੰਦਾ ਉਹਦਾ ਐਡਵਾਈਜ਼ਰ ਹੁੰਦਾ, ਉਹ ਦੱਸਣ ਵਾਲਾ ਹੁੰਦਾ ਵੀ ਤੁਸੀਂ ਨਹੀਂ, ਅੱਜ ਤੁਸੀਂ ਕੱਪੜੇ ਇਦਾਂ ਦਾ ਠੀਕ ਨਹੀਂ ਲਵਾਇਆ ਹੋਇਆ, ਅੱਜ ਤੁਹਾਡੀ ਤੋਰ ਠੀਕ ਨਹੀਂ, ਅੱਜ ਫਲਾਣੀ, ਉਹਦੇ ਇੱਕ ਐਡਵਾਈਜ਼ਰ, ਉਹਨੂੰ ਇੱਕ ਸਲਾਹਕਾਰ ਹੁੰਦੇ ਨੇ, ਉਹਨੂੰ ਤੋਰਨ ਵਾਲੇ ਹੁੰਦੇ ਨੇ, ਉਹਨੂੰ ਗਾਈਡਲਾਈਨ ਦੇਣ ਵਾਲੇ ਹੁੰਦੇ ਨੇ, ਉਹਨਾਂ ਨੂੰ ਕਿਸੇ ਨੂੰ ਮੁਸ਼ਕ ਨਹੀਂ ਮੇਰੇ ਕਹਿੰਦੇ ਆਈ ਹੈਗੀ। ਤੇ ਸਾਡੇ ਪ੍ਰਧਾਨਯੋਗ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਐਡੀ ਦੂਰੋਂ ਮੁਸ਼ਕ ਆਈ ਕਿ ਦਾਰੂ ਪੀਤੀ ਹੋਈ ਸੀ ਜੀ। ਦੂਜੀ ਗੱਲ ਮੈਂ ਕਹਿਣਾ ਵੀ ਦੇਖੋ, ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਹੈ, ਅਰੇ ਇਹ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ। ਇਹਦੇ ਉੱਤੇ ਕਿਸੇ ਸਿਆਸੀ, ਕਿਸੇ ਵੀ ਪਾਰਟੀ ਦਾ ਗਲਬਾ ਨਹੀਂ ਹੋਣਾ ਚਾਹੀਦਾ ਕਿ ਕੋਈ ਪਾਰਟੀ ਗੁਰਦੁਆਰੇ ਦੇ ਪ੍ਰਬੰਧ ਨੂੰ ਚਲਾਵੇ। ਇੱਕ ਧਾਰਮਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਹੈ, ਸਭ ਤੋਂ ਵੱਡੀ ਹੈ, ਸੁਪਰੀਮ ਹੈ, ਤੇ ਉਹਦੇ ਮੈਂਬਰ ਵੀ ਚੁਣ ਕੇ ਜਾਂਦੇ ਨੇ। ਚੁਣ ਕੇ ਜਾਣੇ ਹੋਏ ਮੈਂਬਰਾਂ ਨੂੰ ਹੱਕ ਹੁੰਦਾ ਹੈ ਕਿ ਉਹ ਗੁਰਦੁਆਰੇ ਦਾ ਪ੍ਰਬੰਧ ਕਰਨ। ਤੁਸੀਂ ਜਿੱਦਾਂ ਕਿਹਾ ਵੀ ਉਸ ਦਿਨ ਮੈਂਬਰ SGPC ਸਰਦਾਰ ਬਲਦੇਵ ਸਿੰਘ ਜੀ ਉੱਥੇ ਮੌਜੂਦ ਸਨ। ਤੇ ਦੂਜਾ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਟਾਸਕ ਫੋਰਸ ਬਣਾਈ ਹੁੰਦੀ ਹੈ, ਉਹ ਟਾਸਕ ਫੋਰਸ ਦਾ ਮਤਲਬ ਇਹ ਹੁੰਦਾ ਕਿ ਕੋਈ ਵੀ ਬੰਦਾ ਗਲਤ ਹਰਕਤ ਕਰੇ ਜਾਂ ਕੋਈ ਨਸ਼ਾ ਲੈ ਕੇ ਜਾਵੇ ਜਾਂ ਕੋਈ ਇਦਾਂ ਦੀ ਸਰੀਰ ਹਰਕਤ ਕਰੇ, ਉਹਨੂੰ 1 ਮਿੰਟ ਦੇ ਵਿੱਚ ਕਾਬੂ ਕਰ ਲੈਂਦੇ ਨੇ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਉਹਨਾਂ ਨੂੰ ਡਿਊਟੀ ਹੈ ਕੋਈ, ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ, ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਕਾਇਮ ਕਰਨਾ ਹੁੰਦਾ ਹੈ। ਉਹ ਟਾਸਕ ਫੋਰਸ ਵਾਲਿਆਂ ਨੇ ਵੀ ਨਹੀਂ ਕਿਸੇ ਨੇ ਟੋਕਿਆ। ਚਲੋ ਮੁੱਖ ਮੰਤਰੀ ਹੁੰਦੇ ਹੋਏ ਉਹਨੂੰ ਕੁਝ ਹੱਥ ਨਹੀਂ ਸੀ ਪਾ ਸਕਦੇ, ਲੇਕਿਨ ਟੋਕ ਤਾਂ ਸਕਦੇ ਸੀ, ਉੱਥੇ ਨਾਅਰੇ ਦਾ ਮਾਰ ਸਕਦੇ ਸੀ, ਜਾਂ ਕੋਈ ਗੱਲ ਉਠਾ ਤਾਂ ਸਕਦੇ ਸੀ। ਨਹੀਂ, ਬਲਦੇਵ ਸਿੰਘ ਵੀ ਖਾਨਪੁਰ ਸਾਹਿਬ ਬਲਦੇਵ ਸਿੰਘ ਵੀ ਇਹ ਕਹਿੰਦੇ ਨਜ਼ਰ ਆਏ ਨੇਗੇ, ਜੋ SGP ਮੈਂਬਰ ਨੇ, ਕਹਿੰਦੇ ਮੈਂ ਉੱਥੇ ਸੀ ਵੀ ਜੇਕਰ ਇਸ ਤਰ੍ਹਾਂ ਦਾ ਕੁਝ ਹੁੰਦਾ, ਦਾਰੂ ਪੀਤੀ, ਮੈਨੂੰ ਸਮੈਲ ਆਉਂਦੀ ਜਾਂ ਬਦਬੂ ਆਉਂਦੀ ਉਹਨਾਂ ਚੋਂ ਦਾਰੂ ਦੀ, ਤਾਂ ਮੈਂ ਮੌਕੇ ਤੋਂ ਹੱਥ ਫੜ ਲੈਂਦਾ ਉਹਨਾਂ ਦਾ। ਮੈਂ ਉਹੀ ਉਸੇ ਗੱਲ ਦੇ ਉੱਤੇ ਆਉਣਾ ਸੀਗਾ ਕਿ ਜਦੋਂ ਇੱਕ ਸਤਿਕਾਰਯੋਗ SGPC ਮੈਂਬਰ ਉੱਥੇ ਮੌਜੂਦ ਨੇ, ਉਹਨਾਂ ਨੂੰ ਉਹ ਸਰੋਪਾ ਪਾ ਰਹੇ ਨੇ, ਕੁਝ ਕਦਮ ਉਹਨਾਂ ਦੇ ਨਾਲ ਤੁਰ ਕੇ ਵੀ ਜਾਂਦੇ ਨੇ, ਉਸ ਤੋਂ ਬਾਅਦ ਹੋਰ ਕਈ ਜਥੇਬੰਦੀਆਂ ਉਹਨਾਂ ਨੂੰ ਸਰੋਪਾ ਪਾਉਂਦੀਆਂ ਨੇ, ਲੇਕਿਨ ਉਹਨਾਂ ਨੂੰ ਕਿਸੇ ਨੂੰ। ਪਰ ਮੈਂ ਇਹ ਗੱਲ ਕਹਿੰਦਾ, ਦੇਖੋ ਸਿਆਸਤ ਹੋਰ ਚੀਜ਼ ਹੈ। ਕਿਸੇ ਵੀ ਇਨਸਾਨ ਦੇ ਉੱਤੇ ਬਿਨਾਂ ਕਿਸੇ ਠੋਸ ਪ੍ਰੂਫ ਤੋਂ, ਬਿਨਾਂ ਕਿਸੇ ਉਸ ਤੋਂ ਕਿਸੇ ਉੱਤੇ ਦੋਸ਼ ਲਾਉਣਾ ਇਹ ਚੰਗੀ ਗੱਲ ਨਹੀਂ ਹੁੰਦਾ, ਕਿਉਂਕਿ ਇੱਕ ਉਹ ਜਿਹੜੇ ਦੋਸ਼ ਲਾ ਰਹੇ ਨੇ ਉਹ ਵੀ ਵੱਡੇ ਰੁਤਬਿਆਂ ਤੇ ਰਹੇ ਨੇ, ਮੁੱਖ ਮੰਤਰੀ ਰਹੇ ਨੇ, ਜਿਹੜੇ ਤੇ ਦੋਸ਼ ਲਾ ਰਹੇ ਨੇ ਉਹ ਵੀ ਮੁੱਖ ਮੰਤਰੀ ਹੈ। ਇੱਦਾਂ ਦੀਆਂ ਗੱਲਾਂ ਬਿਨਾਂ ਠੋਸ ਤੋਂ, ਬਿਨਾਂ ਆਧਾਰ ਤੋਂ, ਬਿਨਾਂ ਕਿਸੇ ਉਸ ਤੋਂ ਨਹੀਂ ਕਰਨੀਆਂ ਚਾਹੀਦੀਆਂ। ਸਿਆਸਤ ਕਰਨ ਵਾਸਤੇ ਹੋਰ ਬਥੇਰਾ ਖੁੱਲ੍ਹਾ ਗਰਾਊਂਡ ਹੈ, ਜੋ ਮਰਜ਼ੀ ਸਿਆਸਤ, ਕੋਈ ਬੇਈਮਾਨੀ ਵੀ ਖਾ ਗਿਆ ਜੀ, ਇਹ ਫੰਡ ਖਾ ਗਿਆ ਜੀ, ਇਹ ਲੁੱਟ ਕੇ ਖਾ ਗਿਆ ਜੀ, ਇਹ ਕੰਮ ਨਹੀਂ, ਹੋਰ ਦੋਸ਼ ਬਥੇਰੇ ਨੇ, ਇੱਦਾਂ ਦੇ ਦੋਸ਼ ਨਹੀਂ ਲਾਉਣੇ ਚਾਹੀਦੇ। ਇਹਦਾ ਜਿਹੜਾ ਅਸਰ ਹੈ ਲੋਕਾਂ ਦੇ ਉੱਤੇ, ਲੋਕ ਠੀਕ ਹੈ, ਉਹ ਲੋਕਾਂ ਦੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚਦੀ, ਲੇਕਿਨ ਹਰ ਬੰਦਾ ਆਪਣੇ ਮਨ ਦੇ ਵਿੱਚ ਸੋਚਦਾ ਕਿ ਐਡਾ ਬੰਦਾ ਹੋ ਕੇ ਇੱਦਾਂ ਦੀ ਗਲਤੀ ਕੀ ਕਰ ਸਕਦਾ ਹੈ ਜੀ। ਪਰ ਇਹ ਇਨਸਾਨ ਦੀ ਆਪਣੀ ਫਿਤਰਤ, ਆਪਣੀ ਸੋਚ ਹੈ ਕਿ ਉਸਨੇ ਇਹ ਠਿੱਬੀ ਕਿਸ ਤਰ੍ਹਾਂ, ਕਿਵੇਂ ਤੇ ਕਿੱਥੇ ਲਾਉਣੀ ਹੈ, ਇਹ ਆਪਣੀ ਆਪਣੀ ਸੋਚ ਹੈ। ਮੈਂ ਤਾਂ ਕਹਿੰਦਾ ਇੱਦਾਂ ਦੇ ਉੱਪਰ ਸੋਚਾਂ ਤੋਂ ਬਚਣਾ ਜੀ। ਬਿਲਕੁਲ ਬਿਲਕੁਲ। ਸੋ ਇਹ ਪਰ ਇੱਕ ਗੱਲ ਇਹ ਵੀ ਗੱਲ ਖਾਨਪੁਰ ਸਾਹਿਬ ਕਲੀਅਰ ਹੋ ਗਈ ਕਿ SGPC ਦੇ ਉੱਪਰ ਜੋ ਪਹਿਲਾਂ ਦਾ ਜਿਸ ਤਰ੍ਹਾਂ ਦਾ ਪੈਠ ਬਣੀ ਹੋਈ ਸੀ ਬਾਦਲ ਪਰਿਵਾਰ ਦੀ, ਉਹ ਖਤਮ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਬਾਗੀ ਸੁਰਾਂ ਲਗਾਤਾਰ ਬਾਦਲ ਪਰਿਵਾਰ ਦੇ ਵਿਰੁੱਧ ਉੱਠ ਰਹੀਆਂ ਨੇ। ਸੋ ਚੋਣਾਂ ਵੀ ਨੇੜੇ ਨੇ ਤੇ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਮਾਨ ਹੱਥੋਂ ਆਉਂਦੀ ਨਜ਼ਰ ਆ ਰਹੀ ਹੈ ਬਾਦਲ ਪਰਿਵਾਰ ਦੇ ਵਿੱਚੋਂ SGPC ਦੀ। ਸੋ ਇੱਕ ਇਸ ਮੁੱਦੇ ਉੱਪਰ ਤਾਂ ਚਲੋ ਬੜੀ ਸ਼ਲਾਘਾ ਵੀ ਹੋਣ ਲੱਗੀ ਜੀ। ਹੁਣ ਇਹ ਵੀ ਕਹਿੰਦੇ ਹੋ ਨਜ਼ਰ ਆਉਣ ਲੱਗੀ ਭਗਵੰਤ ਮਾਨ ਜੀ ਨੇ ਦਾਰੂ ਨਹੀਂ ਪੀਤੀ ਸੀ, SGP ਦੇ ਮੈਂਬਰ ਹੀ ਕਹਿਣੇ ਨੇ। ਸੋ ਇੱਕ ਵੱਡਾ ਜੋ ਕਲੰਕ ਲੱਗਣ ਲੱਗਿਆ ਸੀ ਮੱਥੇ ਤੇ, ਉਹ ਸ਼ਾਇਦ ਧੁਲਦਾ ਹੋਇਆ ਨਜ਼ਰ ਆ ਰਿਹਾ। ਲੇਕਿਨ ਦੂਸਰੇ ਪਾਸੇ ਕੱਲ ਇੱਕ ਵੱਡਾ ਐਲਾਨ ਕੀਤਾ ਗਿਆ ਸੀ, ਵੱਡਾ ਵਾਅਦਾ ਪੂਰਾ ਕਰਨ ਦੀ ਗੱਲ ਕੀਤੀ ਗਈ ਸੀ ਭਗਵੰਤ ਮਾਨ ਜੀ ਵੱਲੋਂ। 300 ਯੂਨਿਟ ਬਿਜਲੀ ਦਾ ਉਹਨਾਂ ਨੇ ਕਿਹਾ ਸੀ ਵੀ ਅਸੀਂ 1 ਜੁਲਾਈ ਤੋਂ ਇਹ ਜਿਹੜੇ ਗਰੰਟੀ ਆ ਉਹ ਲਾਗੂ ਕਰ ਦਾਂਗੇ। ਇਹ ਐਲਾਨ ਹੁੰਦਿਆਂ ਹੀ ਉਹਨਾਂ ਦੇ ਉੱਪਰ ਇਹ ਵਿਵਾਦ ਸ਼ੁਰੂ ਕਰ ਦਿੱਤੇ ਨੇ ਜੀ, ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਗਰੰਟੀ ਦੇ ਉੱਪਰ। ਸੋ ਕਾਂਗਰਸ ਦੀ ਗੱਲ ਕਰੀਏ, ਭਾਜਪਾ ਦੀ ਗੱਲ ਕਰੀਏ, ਸੋ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਵੀ ਇਹ ਕਿਵੇਂ ਪੂਰਾ ਕਰਨਗੇ। ਇਹ ਨਾ ਹੋਵੇ ਵੀ ਗਰੰਟੀ ਪੂਰੀ ਕਰ ਦੇਣ ਪਰ ਹੋਰ ਵਿੱਤੀ ਬੋਝ ਹੋਰ ਤਰੀਕੇ ਨਾਲ ਪੰਜਾਬ ਦੇ ਲੋਕਾਂ ਤੇ ਪਾ ਦੇਣ। ਦੂਸਰੇ ਪਾਸੇ ਕਹਿ ਰਹੇ ਨੇ ਵੀ 3 ਮਹੀਨੇ ਦਾ ਟਾਈਮ ਕਿਉਂ ਲੈਤਾਗਾ, ਇੰਨੀ ਦੇਰ ਕਿਉਂ ਕਰ ਰਹੇ ਨੇ, ਕਿ 3 ਮਹੀਨੇ ਬਾਅਦ ਇਹ ਵਾਅਦਾ ਉਹਨਾਂ ਨੂੰ ਯਾਦ ਵੀ ਰਹਿ ਜਾਊਗਾ ਕਿ ਨਹੀਂ, ਕਿਤੇ ਭੁੱਲ ਤਾਂ ਨਹੀਂ ਜਾਣਗੇ 3 ਮਹੀਨੇ ਬਾਅਦ। ਤੇ ਨਾਲ ਹੀ ਨਾਲ ਇੱਕ ਵੱਡਾ ਬਿਆਨ ਕਾਂਗਰਸ ਵੱਲੋਂ ਵੀ ਆਇਆ, ਪ੍ਰਤਾਪ ਸਿੰਘ ਬਾਜਵਾ, ਉਹ ਕਹਿੰਦੇ ਕਿਹੜੀ ਬਿਜਲੀ ਦੀ ਗੱਲ ਕਰਦੇ, ਬਿਜਲੀ ਫ੍ਰੀ ਕਰਨ ਦੀ ਗੱਲ ਕਰਨ ਨੂੰ ਤੁਰਦੇ ਨੇ। ਇੱਥੇ ਤਾਂ ਜਦੋਂ ਹੁਣ ਬਿਜਲੀ ਮੁੱਲ ਹੈ ਉਦੋਂ ਵੀ ਲੰਮੇ ਲੰਮੇ ਕੱਟ ਲੋਕਾਂ ਨੂੰ ਦੇਖਣ ਨੂੰ ਮਿਲਦੇ ਨੇ, ਫਿਰ ਜਦੋਂ ਬਿਜਲੀ ਫ੍ਰੀ ਹੋ ਗਈ ਕਿ ਉਸ ਟਾਈਮ ਲੋਕਾਂ ਨੂੰ ਬਿਜਲੀ ਦੇਖਣ ਨੂੰ ਹੀ ਮਿਲ ਜੂਗੀ। ਕਿਵੇਂ ਦੇਖ ਰਹੇ ਹੋ? ਵਿਵਾਦ ਉੱਠਿਆ ਜੀ ਪਹਿਲੀ ਗਰੰਟੀ ਨੂੰ ਲੈ ਕੇ। ਮਾਨ ਸਾਹਿਬ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਭਗਵੰਤ ਮਾਨ ਜੀ ਨੂੰ ਵਧਾਈ ਦਿੰਦਾ, ਜਿਨ੍ਹਾਂ ਨੇ ਇਹ ਕੱਲ 300 ਯੂਨਿਟ ਬਿਜਲੀ ਫ੍ਰੀ ਕਰਨ ਦਾ ਐਲਾਨ। ਦੂਜਾ, ਜਿਹੜੀਆਂ ਕੰਡੀਸ਼ਨਾਂ ਲਾਈਆਂ ਨੇ ਕਿ ਜਰਨਲ ਵਰਗ ਦਾ ਜਿਹੜਾ ਹੈਗਾ ਜੇ 300 ਯੂਨਿਟ ਤੇ 1 ਮਹੀਨੇ ਦੀ 300 ਯੂਨਿਟ, 2 ਮਹੀਨੇ ਦੀ 600 ਯੂਨਿਟ ਹੋ ਜਾਂਦੀ ਹੈ।
ਜੀ ਜੇ 600 ਯੂਨਿਟ ਦੇ ਉੱਤੇ ਕੋਈ 10-20 ਯੂਨਿਟਾਂ ਫਾਲਤੂ ਵੀ ਆ ਗਈਆਂ, ਉਹਨਾਂ ਨੂੰ ਪੂਰਾ 600 ਫਰਜ਼ ਕਰੋ 10 ਯੂਨਿਟਾਂ 610 ਯੂਨਿਟ ਹੋ ਜਾਂਦੀ ਹੈ ਜੀ ਤੇ ਉਹ 610 ਯੂਨਿਟ ਦਾ ਉਹਨਾਂ ਨੂੰ ਬਿੱਲ ਦੇਣਾ ਪਊਗਾ। ਜੀ ਇਹ ਨਹੀਂ ਕਿ ਚਲੋ 600 ਯੂਨਿਟ ਮਾਫ ਹੈ, ਉੱਪਰਲੀ 10 ਜਿਹੜੀ ਯੂਨਿਟ ਹੈ ਉਹਦਾ ਬਿੱਲ ਦੇਣਾ ਪਵੇ। ਬਾਕੀ ਵਰਗਾਂ ਨੂੰ ਸਾਰਿਆਂ ਨੂੰ ਕਹਿ ਰਹੇ ਨੇ ਵੀ ਤੁਹਾਨੂੰ 600 ਤੱਕ ਹੈ, ਜਿਹੜੀ 600 ਤੋਂ ਉੱਤੇ ਜੇ ਤੁਹਾਡੀ ਵਧੂਗੀ ਤੁਹਾਨੂੰ ਸਿਰਫ ਉਹ ਉੱਪਰਲੀ ਵਧੀਆ ਦਿਓ ਪਏ। ਪਰ ਜਨਰਲ ਵਰਗ ਨੂੰ ਇਹ ਕਿਉਂ ਇਹੋ ਜਿਹਾ ਮਤਰੇਈ ਮਾਲਾ ਸਲੂਕ ਕੀਤਾ ਜਾਂਦਾ ਹੈ, ਜਦੋਂ ਕਿ ਜਨਰਲ ਵਰਗ ਨੇ ਵੀ ਵੋਟਾਂ ਪਾ ਕੇ ਇਹਨਾਂ ਨੂੰ ਮੁੱਖ ਮੰਤਰੀ ਬਣਾਇਆ। ਦੂਜਾ, ਹਰ ਕਮਿਸ਼ਨ ਬਣੇ ਹੋਏ ਨੇ, ਦਲਿਤ ਵਰਗ ਦਾ ਲਹਿਦਾ ਕਮਿਸ਼ਨ ਬਣਿਆ ਹੋਇਆ, ਪਛੜੀ ਜਾਤਾਂ ਦਾ ਲਹਿਦਾ ਕਮਿਸ਼ਨ ਬਣਿਆ ਹੋਇਆ, ਪਰ ਇਹ ਜਨਰਲ ਵਰਗ ਦਾ ਕਮਿਸ਼ਨ ਬਣਿਆ ਉਹ ਕੰਮ ਕਿਉਂ ਨਹੀਂ ਕਰ ਰਿਹਾ? ਉਹ ਜਨਰਲ ਵਰਗ ਵਾਸਤੇ ਕਿਉਂ ਨਹੀਂ ਆਪਣੀ ਗੱਲ ਕਰ ਰਿਹਾ? ਕਿਉਂ ਜਨਰਲ ਵਰਗ ਨਾਲ ਧੱਕਾ ਹੋ ਰਿਹਾ? ਜੇ ਜਨਰਲ ਵਰਗ ਨਾਲ ਇਹ ਧੱਕਾ ਹੋਇਆ, ਬਿਜਲੀ ਤਾਂ ਪਹਿਲੇ ਨਹੀਂ ਆਉਂਦੀ, ਜਿਹੜੀ ਮਾੜੀ ਮੋਟੀ ਬਿਜਲੀ ਹੈ ਜਨਰਲ ਵਰਗ ਨੇ ਉਹ ਵੀ ਇਹਨਾਂ ਦੇ ਖੰਭੇ ਪੱਟ ਕੇ ਇਹਨਾਂ ਦੇ ਬਾਰਾਂ 'ਚ ਘੇਰ ਦੇਣੇ ਨੇ, ਕਿਉਂਕਿ ਬਿਜਲੀ ਨਾ ਤਾਂ ਇਹਨਾਂ ਕੋਲ ਕੋਈ ਕੋਲ ਆ ਰਿਹਾ ਹੈ, ਨਾ ਹੀ ਇਹਨਾਂ ਕੋਲ ਕੋਈ ਪੈਸਾ ਹੈ। ਇਹ ਜਾ ਕੇ ਦਿੱਲੀ ਸਲਾਹ ਕਰ ਆਉਂਦੇ ਨੇ ਮੀਟਿੰਗ ਜਾਂ ਵੀ ਹਾਂ ਵੀ ਇਹ ਕਰਾਂਗੇ, ਪਰ ਕਰਨਗੇ ਕਿੱਥੋਂ? ਪਹਿਲਾਂ ਹੀ ਪੰਜਾਬ ਹੈ ਉਹ ਕਰਜ਼ਿਆਂ ਦੀ ਮਾਰ ਥੱਲੇ ਦਬਿਆ ਪਿਆ, ਹੋਰ ਕਰਜ਼ਾ ਲੈਣਗੇ, ਕਰਜ਼ਾ ਲੈ ਕੇ ਉਹਦਾ ਭਾਰ ਵੀ ਇਹਨਾਂ ਲੋਕਾਂ ਦੇ ਉੱਤੇ ਹੀ ਪਾਉਣਾ ਹੈ। ਜਿਹੜਾ ਕੇਜਰੀਵਾਲ ਸੀ ਮੇਰੇ ਕੋਲ 5500 ਕਰੋੜ ਪਿਆ ਮੇਰੇ ਕੋਲ, ਮੈਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ, ਉਹ ਕਦੋਂ ਕੱਢਣਾ ਪੈਸਾ ਇਹਨਾਂ ਨੇ? ਉਹ ਪੈਸਾ ਸਿਰਫ ਖਜ਼ਾਨੇ 'ਚ ਦਿਖਾਉਣ ਵਾਸਤੇ, ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਹੈ। ਸੈਂਟਰ ਤੋਂ ਜਾ ਕੇ 1000 ਕਰੋੜ ਇਹ ਮੰਗਦੇ, ਸਾਨੂੰ 1000 ਕਰੋੜ ਰੁਪਈਆ ਦਿਓ ਤੇ ਅਸੀਂ ਡਿਵੈਲਪਮੈਂਟ ਕਰਨੀ ਆ 2 ਸਾਲ ਵਾਸਤੇ ਲੋੜ। ਉਹ ਤੁਸੀਂ ਜਿਹੜਾ ਤੁਹਾਡੇ ਕੋਲ ਪਿਆ ਉਹਨੂੰ ਕਦੋਂ ਕੱਢੋਗੇ? ਕੀ ਉਹ ਦਿਖਾਉਣ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਲੋਕਾਂ ਨੂੰ ਸਿਰਫ ਬੁੱਧੂ ਬਣਾਉਣ ਵਾਸਤੇ ਹੀ ਰੱਖਿਆ? ਪਹਿਲਾਂ ਕੋਈ ਆਪਣੇ ਕੋਲੋਂ ਕਰਕੇ ਦਿਖਾਓ, ਕਰਕੇ ਦਿਖਾਓਗੇ ਤਾਂ ਲੋਕਾਂ ਨੂੰ ਭਰੋਸਾ ਕਰੂਗਾ। ਅਜੇ ਬਿਜਲੀ ਦੇ ਕੱਟ, ਅਜੇ ਬਿਜਲੀ ਦਾ ਲੋੜ ਨਹੀਂ ਹੈ, ਜਿੱਦਾਂ ਕਣਕਾਂ ਵੱਢੀਆਂ ਜਾ ਰਹੀਆਂ, ਖੇਤ ਖਾਲੀ ਪਏ ਨੇ। ਅੱਗੇ ਜਦੋਂ ਜੀਰੀ ਦਾ ਸੀਜ਼ਨ ਆਊਗਾ ਉਦੋਂ ਇਹਨਾਂ ਨੂੰ 15000 ਕਰੋੜ ਰੁਪਈਏ, 15000 ਕਰੋੜ ਮੈਗਾਵਾਟ ਦੀ ਲੋੜ ਪੈਣੀ ਹੈ। 15000 ਮੈਗਾਵਾਟ ਦੀ ਲੋੜ ਜੀ, 15000। ਉਹ ਬਿਜਲੀ ਕਿੱਥੋਂ ਲਿਆਉਣਗੇ? ਥਰਮਲ ਪਲਾਂਟ ਇਹਨਾਂ ਤਕਰੀਬਨ 80% ਬੰਦ ਹੋ ਚੁੱਕੇ ਨੇ, 20% ਬਿਜਲੀ ਨਹੀਂ ਕੱਢ ਰਹੇ ਨੇ। ਉਹ ਵੀ ਅਜੇ ਬਿਜਲੀ ਪਿੰਡਾਂ ਦੇ ਵਿੱਚ 10-10 ਘੰਟੇ ਬਿਜਲੀ ਨਹੀਂ ਆਉਂਦੀ ਹੈਗੀ, ਤੇ ਜਦੋਂ ਬਿਜਲੀ ਫ੍ਰੀ ਹੋਊਗੀ ਫਿਰ ਕਿੱਥੋਂ ਬਿਜਲੀ ਦਾ ਪ੍ਰਬੰਧ ਕਰਨਗੇ? ਮੈਂ ਤਾਂ ਇਹਨਾਂ ਨੂੰ ਇਹ ਕਹਾਂਗਾ ਕਿ ਬਿਜਲੀ ਦੀ ਆੜ ਦੇ ਵਿੱਚ ਹੋਰ ਲੋਕਾਂ ਦੇ ਉੱਤੇ ਬੋਝ ਨਾ ਪਾਇਓ, ਹੋਰ ਟੈਕਸ ਨਾਲ। ਲੋਕ ਤਾਂ ਪਹਿਲੇ ਹੀ ਟੈਕਸਾਂ ਨਾਲ। ਦੂਜਾ ਤਾਂ ਜ਼ਿਮੀਂਦਾਰਾਂ ਉਂਝ ਖਤਮ ਹੋ ਗਿਆ ਕਿ ਜ਼ਿਮੀਂਦਾਰਾਂ ਜਿਹੜੀ ਕਣਕ ਦਾ ਝਾੜ ਸੀ ਉਹ ਤਕਰੀਬਨ 33%, ਜਿਹੜੇ ਕਿ ਏਕੜ ਦੇ ਵਿੱਚੋਂ ਕੋਈ 25 ਕੁਇੰਟਲ ਨਿਕਲਦੀ ਸੀ, ਉਹ 12-13 ਕੁਇੰਟਲ ਦੇ ਉੱਤੇ ਆ ਗਿਆ। ਆੜਤੀ ਉਹਨਾਂ ਨੂੰ ਪੈਸਾ ਨਹੀਂ ਦਿੰਦੇ, ਬੈਂਕਾਂ ਦੀ ਕਿਸ਼ਤਾਂ ਉਹਨਾਂ ਤੋਂ ਨਹੀਂ ਭਰੀਆਂ ਜਾ ਰਹੀਆਂ। ਉਧਰ ਤੁਸੀਂ ਕੋਈ ਹੁਣ ਨਵਾਂ ਟੈਕਸ ਲਾ ਕੇ ਬੋਝ ਪਾ ਦੋਗੇ। ਇਸ ਲਈ ਜੇ ਬਚਾਉਣਾ ਹੈ ਤਾਂ ਮੀਡੀਅਮ ਵਰਗ ਨੂੰ ਬਚਾਓ, ਜਿਹੜੇ ਵਰਗ ਦੇ ਉੱਤੇ ਤੁਸੀਂ ਬਿੱਲ ਲਾ ਰਹੇ ਹੋ ਵੀ 600 ਤੋਂ ਉੱਤੇ ਜੇ ਤੁਹਾਡੀ ਆਊਗੀ ਤੁਹਾਨੂੰ ਬਿੱਲ ਲੱਗੂਗਾ। ਇਹ ਤਾਂ ਵਰਗ ਪਹਿਲੇ ਹੀ ਖਤਮ ਹੋਇਆ ਪਿਆ। ਇਸ ਵਰਗ ਨੂੰ ਬਚਾਉਣ ਵਾਸਤੇ ਕੋਈ ਠੋਸ ਕਦਮ ਚੁੱਕੋ। ਉਹਨਾਂ ਨੇ ਵੀ ਤੁਹਾਨੂੰ ਵੋਟਾਂ ਪਾ ਕੇ ਮੁੱਖ ਮੰਤਰੀ ਬਣਾਇਆ, ਕੋਈ ਸਮਾਂ ਦੂਰ ਨਹੀਂ ਹੈਗਾ। ਜੇ ਤੁਸੀਂ ਉਹਨਾਂ ਨੂੰ ਇਗਨੋਰ ਕਰੋਗੇ, 2024 ਦੀ ਇਲੈਕਸ਼ਨ ਸਾਹਮਣੇ ਹੀ ਆ ਰਹੀ ਹੈ। ਜਿਹੜੀ ਤੁਸੀਂ ਜਿਮਨੀ ਚੋਣ ਦੀ ਗੱਲ, ਤੁਹਾਨੂੰ ਜਿਮਨੀ ਚੋਣ ਦੇ ਵਿੱਚ ਇਹਨਾਂ ਨੇ ਦਿਖਾ ਦੇਣਾ ਹੈ ਕਰਾਰਾ ਵੀ ਦੇਖੋ ਸਾਡੇ ਨਾਲ ਤੁਸੀਂ ਦਰਿਆਤ ਕਰ ਰਹੇ ਹੋ, ਕੀ ਕਰ ਰਹੇ। ਦੂਜਾ, ਤੁਸੀਂ ਜਿਹੜੀ ਬਿਜਲੀ 1 ਜੁਲਾਈ ਤੋਂ ਕਿਹਾ, ਆਹ 3 ਮਹੀਨੇ ਦਾ ਟਾਈਮ ਕਿਉਂ ਲਿਆ ਜੀ? ਜਦੋਂ ਸਰਕਾਰ ਤੁਸੀਂ ਕੁਰਸੀਆਂ ਸਾਂਭ ਲੀਆਂ, ਕੁਰਸੀਆਂ ਤੇ ਬੈਠ ਗਏ, ਤੁਹਾਨੂੰ ਮਹਿਕਮੇ ਮਿਲ ਗਏ, ਤੁਹਾਨੂੰ ਪੂਰੀਆਂ ਐਸ਼ਲ ਹੈ, ਤੇ ਜ਼ਿਮੀਂਦਾਰ ਦਾ 3 ਮਹੀਨੇ ਤੁਸੀਂ ਕਿਉਂ ਪਾ ਰਹੇ ਹੋ ਉਹਨੂੰ? ਹੁਣ ਤੋਂ ਹੀ ਤੁਸੀਂ ਕਹੇ ਸਾਡੀ ਸਰਕਾਰ ਬਣ ਗਈ, ਅਸੀਂ ਉਸ ਦਿਨ ਤੋਂ ਹੀ ਲਾਗੂ ਕਰ ਦਾਂਗੇ, ਅਸੀਂ ਉਸੇ ਦਿਨ ਤੋਂ 1000 ਰੁਪਏ ਪਾਉਣਾ ਸ਼ੁਰੂ ਕਰ ਦਾਂਗੇ, ਅਸੀਂ ਉਸੇ ਦਿਨ ਤੋਂ ਪੈਂਦਾ। ਉਹ ਕਿੱਥੇ ਗਏ ਤੁਹਾਡੇ ਵਾਅਦੇ? ਇਹ ਵਾਅਦਿਆਂ ਨਾਲ ਸਰਕਾਰਾਂ ਨਹੀਂ ਚੱਲੀਆਂ, ਵਾਅਦਿਆਂ ਵਾਲੀਆਂ ਸਰਕਾਰਾਂ ਲੰਘ ਗਈਆਂ ਪਿੱਛੇ। ਜਿਹੜੇ ਵਾਅਦੇ ਕਰਦੇ ਸੀ ਕਿੱਥੇ ਗਏ ਉਹ? ਔਰ ਤੁਹਾਡਾ ਵੀ ਹਾਸਰ ਉਹੀ ਹੋਊਗਾ ਜੇ ਤੁਸੀਂ ਇਹਨੂੰ ਇੱਦਾਂ ਹੀ ਟਾਲੇ ਲਾ ਕੇ ਅੱਗੇ ਲਮਕਾਉਂਦੇ ਰਹੇ। ਇਹ ਪਬਲਿਕ ਹੈ, ਲੋਕ ਹਰ ਚੀਜ਼ ਜਾਣਦੇ ਨੇ। ਹੁਣ ਉਹ ਲੋਕ ਪਹਿਲਾਂ ਵਾਲੇ ਨਹੀਂ ਰਹੇ। ਇਹ ਲੋਕਾਂ ਨੂੰ ਕਿਸਾਨ ਸੰਯੁਕਤ ਮੋਰਚੇ ਨੇ ਜਿਹੜਾ 1 ਸਾਲ 14 ਨੂੰ ਉੱਥੇ ਬੈਠੇ ਨੇ, ਇਹਨਾਂ ਨੂੰ ਬੋਲਣ ਸਿਖਾਤਾ, ਇਹਨਾਂ ਨੂੰ ਗੱਲ ਕਰਨਾ ਸਿਖਾਤਾ, ਇਹਨਾਂ ਨੂੰ ਘੇਰਨਾ ਸਿਖਾਤਾ, ਇਹਨਾਂ ਨੂੰ ਆਪਣੇ ਹੱਕਾਂ ਵਾਸਤੇ, ਆਪਣੇ ਮੰਗਾਂ। ਪਰ ਬਦਕਿਸਮਤੀ ਸਾਡੇ ਉਹ ਲੀਡਰ ਐਡੀ ਵੱਡੀ ਯੂਨਿਟੀ ਬਣਾ ਕੇ ਆਪ ਨਹੀਂ ਇਕੱਠੇ ਹੋ ਸਕੇ, ਜਿਹਦਾ ਬਹੁਤ ਵੱਡਾ ਨੁਕਸਾਨ ਕਿਸਾਨੀ ਨੂੰ ਨਹੀਂ, ਸਾਰੇ ਸਮੁੱਚੇ ਪੰਜਾਬ ਦੇ ਹਰ ਵਰਗ ਨੂੰ ਹੋਇਆ। ਇਸ ਲਈ ਉਹ ਮੋਰਚਾ ਹਾਟ ਕੇ ਲਾਮਬੰਦ ਕਰੋ। ਜਿਹੜੇ ਚੱਲੇ ਹੋਏ ਕਾਰਤੂਸ, ਜਿਹੜੇ ਕੁਰਸੀਆਂ ਦੇ ਭੁੱਖੇ ਨੂੰ ਕੱਢ ਕੇ ਬਾਹਰ ਮਾਰੋ। ਨਵੇਂ ਬੰਦੇ ਬਥੇਰੇ ਨੇ ਪੰਜਾਬ ਦੇ ਵਿੱਚ, ਨਵੇਂ ਬਥੇਰੇ ਚਿਹਰੇ ਨੇ ਜਿਹੜੇ ਕੰਮ ਕਰਨ ਲਈ ਤਿਆਰ ਨੇ। ਜੀ ਸੋ ਖਾਨਪੁਰ ਸਾਹਿਬ, ਤੁਸੀਂ ਗੱਲ ਕਿਸਾਨਾਂ ਦੀ ਕੀਤੀ ਸੀ, ਕਿਸਾਨਾਂ ਦੀਆਂ ਦੇ ਨਾਲ ਜੁੜੀਆਂ ਮੁਸ਼ਕਲਾਂ ਦੀ ਗੱਲ ਵੀ ਕੀਤੀ ਹੈ। ਸੋ ਅੱਜ ਇੱਕ ਮੀਟਿੰਗ ਵੀ ਹੋ ਰਹੀ ਹੈ ਸੀਐਮ ਸਾਹਿਬ ਨਾਲ ਕਿਸਾਨਾਂ ਦੀ। ਪੰਜਾਬ ਭਵਨ ਦੇ ਵਿੱਚ ਇਹ ਮੀਟਿੰਗ ਹੋਏਗੀ, ਦੁਪਹਿਰੇ 2 ਵਜੇ ਮੀਟਿੰਗ ਹੋਣੀ ਹੈ, ਜਿਹਦੇ ਵਿੱਚ ਤਕਰੀਬਨ ਸਾਰੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਜੋ ਪੰਜਾਬ ਦੀਆਂ ਨੇ, ਉਹ ਪਹੁੰਚ ਰਹੇ ਨੇ। ਸੱਦਾ ਦਿੱਤਾ ਗਿਆ ਗਾ ਜੀ ਭਗਵੰਤ ਮਾਨ ਦੇ ਵੱਲੋਂ ਮੀਟਿੰਗ ਦੇ ਲਈ। ਕਿਤੇ ਇਹੀ ਮੁਸ਼ਕਲਾਂ ਨੂੰ ਸੋਲਵ ਕਰਨ ਦੇ ਲਈ ਉਹਨਾਂ ਵੱਲੋਂ ਮੀਟਿੰਗ ਤਾਂ ਨਹੀਂ ਕੀਤੀ ਗਈ? ਕਿਵੇਂ ਦੇਖ ਰਹੇ ਹੋ ਇਸ ਮੀਟਿੰਗ ਦੇ ਵਿੱਚ ਕਿੰਨਾ ਮੁੱਦੇ ਦੇ ਉੱਪਰ ਚਰਚਾ ਹੁੰਦੀ ਨਜ਼ਰ ਆ ਰਹੀ ਹੈ ਕਿ ਕਿਸਾਨ
ਇਹਨਾਂ ਮੁੱਦਿਆਂ ਦੇ ਜਿਹੜੇ ਮੁੱਦੇ ਕਿਸਾਨ ਦੇ ਮੁੱਦੇ ਤੁਸੀਂ ਗੱਲ ਕਰ ਰਹੇ ਹੋ, ਇਹ ਮਤਲਬ ਕਿ ਰੱਖਣਗੇ ਮੰਗਾਂ ਉੱਥੇ, ਕੀ ਮੰਗਾਂ ਪੂਰੀਆਂ ਹੋਣਗੀਆਂ ਜਾਂ ਫਿਰ ਕਿਸੇ ਹੋਰ ਮੁੱਦੇ ਨੂੰ ਲੈ ਕੇ ਮੀਟਿੰਗ ਹੋ ਰਹੀ ਹੈ? ਕਿਸ ਤਰ੍ਹਾਂ ਦੇਖ ਰਹੇ ਹੋ ਸੀਐਮ ਦੀ ਕਿਸਾਨਾਂ ਦੇ ਨਾਲ ਅੱਜ ਦੀ ਮੀਟਿੰਗ ਨੂੰ? ਮਾਨ ਸਾਹਿਬ, ਅੱਛੀ ਗੱਲ ਹੈ, ਮੀਟਿੰਗ ਕਰਨੀ ਕੋਈ ਬੁਰੀ ਗੱਲ ਨਹੀਂ। ਹਰ ਇੱਕ ਬੰਦੇ ਦੀ ਦਿਲ ਦੀਆਂ ਭਾਵਨਾਵਾਂ, ਉਹਦੀਆਂ ਲੋੜਾਂ, ਉਹਦੇ ਕੰਮਾਂ ਵਾਸਤੇ ਉਹ ਰਾਬਤਾ ਕਰਨਾ ਜ਼ਰੂਰੀ ਹੈ। ਕਿਸਾਨ ਸੰਯੁਕਤ ਮੋਰਚਾ ਇਕੱਲਾ ਸੰਯੁਕਤ ਮੋਰਚਾ ਹੀ ਠੇਕੇਦਾਰ ਨਹੀਂ ਹੈਗਾ। ਇਸ ਤੋਂ ਬਿਨਾਂ ਹੋਰ ਵੀ ਕਿਸਾਨ ਜਿਹੜੇ ਕਿਸੇ ਵੀ ਮੋਰਚੇ ਨਾਲ ਨਹੀਂ ਜੁੜੇ, ਉਹ ਬੁੱਧੀਜੀਵੀ ਨੇ, ਅੱਛੇ ਸਿਆਣੇ ਨੇ, ਉਹ ਵੀ ਬੁਲਾਉਣੇ ਚਾਹੀਦੇ ਨੇ। ਇੱਕ ਆਪਾਂ ਕੋਈ ਯੂਨਿਟੀ 10 ਬੰਦੇ ਹੋ ਗਏ, ਕੋਈ ਮੋਰਚਾ ਬਣਾ ਲਿਆ ਜਾਂ ਕੋਈ ਸੰਗਠਨ ਬਣਾ ਲਿਆ, ਉਹ 10 ਠੇਕੇਦਾਰ ਨਹੀਂ ਹੁੰਦੇ ਵੀ ਅਸੀਂ ਉਹ ਗੱਲ ਕਰ ਸਕਦੇ ਹਾਂ। ਇਹਨਾਂ ਨੂੰ ਕਾਲ ਕਰਨੀ ਚਾਹੀਦੀ। ਕੋਈ ਵੀ ਅਗਾਂਹ ਵਧੂ ਕਿਸਾਨ, ਕੋਈ ਵੀ ਖੇਤੀ ਦੇ ਨਾਲ ਜੁੜਿਆ ਹੋਇਆ ਕਿਸਾਨ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋ ਸਕਦਾ। ਇਹ ਨਾ ਵੀ ਗਿਣਤੀ ਦੇ 10 ਕਿਸਾਨ ਬੰਦੇ ਜਥੇਬੰਦੀਆਂ ਨੇ ਜਾਂ 16 ਨੇ ਜਾਂ 32 ਨੇ ਉਹੀ ਆਉਣਗੇ। ਇਸ ਲਈ ਉਹਨਾਂ ਤੋਂ ਬਿਨਾਂ ਇਹਨੂੰ ਕਹੋ ਵੀ ਕੋਈ ਵੀ ਅਗਾਂਹ ਵਧੂ ਕਿਸਾਨ ਆਪਣੇ ਵਿਚਾਰ ਆ ਕੇ ਉੱਥੇ ਦੱਸ ਸਕਦਾ ਹੈ, ਕਿਉਂਕਿ ਹੁਣ ਜੀਰੀ ਦੀ ਜਿਹੜੀ ਹੈਗੀ ਹੈ ਅੱਗੇ ਲਵਾਈ ਸ਼ੁਰੂ ਹੋ ਜਾਣੀ ਹੈ। ਬਿਜਲੀ ਦਾ ਲੋਡ ਬਹੁਤ ਜ਼ਿਆਦਾ ਪੈਣਾ। ਇਹਨਾਂ ਨੇ, ਮੇਰਾ ਖਿਆਲ ਜਿੱਥੇ ਤੱਕ ਮੇਰਾ ਆਪਣਾ, ਇਹਨਾਂ ਨੇ ਗੱਲ ਕਹਿਣਾ ਹੈ ਕਿ ਜੀਰੀ ਦੀ ਜਿਹੜੀ ਲਵਾਈ ਹੈ ਉਹਦਾ ਸਮਾਂ ਅਸੀਂ ਵਧਾਵਾਂਗੇ। ਇਹ ਆ ਜੀਰੀ ਦੇ ਸਮੇਂ ਵਾਸਤੇ ਅਲੱਗ-ਅਲੱਗ ਜ਼ੋਨ ਬਣਾਏ ਕਹਾਂਗੇ ਵੀ ਆਹ ਮਾਲਵਾ ਜ਼ੋਨ ਹੈ, ਉਹਦਾ ਲਾਓ ਬਾਝਾ, ਇੱਦਾਂ ਲਾਓ ਦੁਆਬਾ, ਇੱਦਾਂ ਹੋ ਨਹੀਂ ਸਕਦਾ, ਕਿਉਂਕਿ ਹਰ ਚੀਜ਼ ਦਾ ਸਮਾਂ ਹੁੰਦਾ। ਜੇ ਹਰ ਚੀਜ਼ ਸਮੇਂ ਨਾਲ ਬੀਜੀ ਜਾਵੇ, ਸਮੇਂ ਨਾਲ ਵੱਢੀ ਜਾਵੇ, ਉਹੀ ਪੂਰਾ ਭਾਰ ਮਤਲਬ ਜਿਹੜੀ ਹੈ ਝਾੜ ਦਿੰਦੀ ਹੈ। ਜੇ ਆਪਾਂ ਉਹ ਪੁਰਾਣੇ ਜ਼ਮਾਨੇ ਕਹਿੰਦੇ ਸੀ ਇੱਕ ਦਿਨ ਦੀ ਪਛੇਤੀ ਬਜਾਈ ਕੁਆਂਟਲਾਂ ਦੇ ਕੁਆਂਟਲ ਦਾਣਿਆਂ ਨੂੰ ਘਟਾ ਦਿੰਦੀ ਹੈ। ਜੇ ਇਹ ਕਹਿਣਗੇ ਵੀ ਆਹ ਦੁਆਬੇ ਵਾਲੀ ਬਿਜਲੀ ਦੇਵਾਂਗੇ ਜੀ, ਤੁਸੀਂ 10 ਦਿਨ ਪਹਿਲਾਂ ਲਾ ਲਓ, ਤੁਸੀਂ 5 ਦਿਨ, ਜਦੋਂ ਇਸ ਤਰ੍ਹਾਂ ਕਰਨਗੇ ਤਾਂ ਫਸਲ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ। ਤੇ ਫਿਰ ਪ੍ਰੋਬਲਮ ਲੇਬਰ ਦੀ ਵੀ ਆ ਜਾਂਦੀ ਹੈ। ਜਿਹੜੀ ਲੇਬਰ ਹੈਗੀ ਹੈ ਉਹ ਵੀ ਉਸੇ ਤਰੀਕੇ ਨਾਲ ਆਉਂਦੀ ਹੈ ਵੀ ਫਲਾਣੇ ਇਲਾਕੇ ਜੀਰੀ ਲੱਗਣੀ ਹੈ ਤੇ ਉਧਰ ਚਲੇ ਜਾਓ। ਇਸ ਲਈ ਇਹ ਸੰਕਟ ਖੜਾ ਹੋ ਜਾਊਗਾ। ਇਹਨਾਂ ਨੂੰ ਪ੍ਰਬੰਧ ਤਾਂ ਕਰਨਾ ਚਾਹੀਦਾ ਬਿਜਲੀ ਦਾ, ਤੇ ਇਹ ਪ੍ਰਬੰਧ ਹੋਰ ਪਾਸੇ ਲੋਕਾਂ ਨੂੰ ਗਲਤ। ਖਾਨਪੁਰ ਸਾਹਿਬ ਸਿੱਧੀ ਬਿਜਾਈ ਨੂੰ ਲੈ ਕੇ ਵੀ ਕਹਿ ਰਹੇ ਨੇ ਗੱਲਬਾਤ ਕਰਨ ਵਾਸਤੇ ਅੱਜ ਕਿਸਾਨਾਂ ਦੇ ਨਾਲ ਮੀਟਿੰਗ ਸੱਦੀ ਕਿ ਵੀ ਸਿੱਧੀ ਬਿਜਾਈ ਨੂੰ ਪ੍ਰਮੋਸ਼ਨ ਦੇਣਾ ਚਾਹੁੰਦੇ ਨੇਗੇ, ਸੋ ਕਿਸਾਨਾਂ ਨੂੰ ਰਿਲਾਈਜ਼ ਕਰਾਉਣਾ ਚਾਹੁੰਦੇ ਨੇ ਵੀ ਤੁਸੀਂ ਸਿੱਧੀ ਬਿਜਾਈ ਕਰੋ ਝੋਨੇ ਦੀ। ਉਹ ਲਾਹੇਵੰਦ ਆ, ਕੀ ਸੱਚਮੁੱਚ ਲਾਹੇਵੰਦ ਆ ਜਾਂ ਕਿਸਾਨ ਇਹ ਜੋ ਅਪੀਲ ਅੱਜ ਕਰਨ ਲੱਗੇ ਨੇਗੇ ਮੁੱਖ ਮੰਤਰੀ ਸਾਹਿਬ, ਉਹ ਅਪੀਲ ਨੂੰ ਮੰਨਣਗੇ? ਸਿੱਧੀ ਬਿਜਾਈ, ਝੋਨੇ ਸਿੱਧੀ ਬਿਜਾਈ ਨੂੰ ਲੈ ਕੇ ਕਿਸਾਨ ਹਾਮੀ ਭਰਨਗੇ? ਚੱਠਾ ਮਾਨ ਸਾਹਿਬ, ਸਿੱਧੀ ਬਿਜਾਈ ਹੈ ਜਿਹੜੀ, ਇਹ ਪਿਛਲੇ 3-4 ਸਾਲ ਤੋਂ ਯੂਨੀਵਰਸਿਟੀ ਵਾਲੇ ਜ਼ੋਰ ਦੇ ਰਹੇ ਨੇ, ਕਿਉਂਕਿ ਜੀਰੀ ਦੀ ਲਵਾਈ ਦੇ ਉੱਤੇ, ਧਾਨ ਦੀ ਲਵਾਈ ਤੇ ਬਹੁਤ ਵੱਡਾ ਖਰਚਾ ਤੇ ਬਹੁਤ ਵੱਡੀ ਲੇਬਰ ਦੀ ਲੋੜ ਹੈ। ਤਕਰੀਬਨ 5-6 ਹਜ਼ਾਰ ਰੁਪਈਆ ਏਕੜ ਦਾ ਲੇਬਰ ਵਾਲੇ ਲੈ ਲੈਂਦੇ ਨੇ। ਫਿਰ ਉਹ ਰੋਟੀ ਵੀ ਦੇਣੀ ਪੈਂਦੀ ਹੈ, ਖੁਰਾਕੀ ਦੇਣੀ ਪੈਂਦੀ ਹੈ, ਫਿਰ ਲੇਬਰ ਟਾਉਣ ਨੇ। ਜੇ ਸਿੱਧੀ ਬਿਜਾਈ, ਜਿੱਦਾਂ ਆਪਾਂ ਕਣਕ ਦਾ ਖੇਤ ਬਣਾ ਕੇ ਬੀਜ ਜਦੋਂ ਕੇਰੀ ਕਰ ਦਿੰਦੇ ਆ ਤੇ ਉਹਦੇ ਬਾਅਦ ਬਿਜਾਈ ਕਰਕੇ, ਪਰ ਉਹਦੇ ਉੱਤੇ ਸਾਡੇ ਕੋਲ ਅਜੇ ਖੇਤੀਬਾੜੀ ਮਹਿਕਮੇ ਨੇ ਸਿੱਧੀ ਬਿਜਾਈ ਕਰਨ ਵਾਲੇ ਜਿਹੜੇ ਸੰਦ ਨੇ, ਔਜ਼ਾਰ ਨੇ, ਜੋ ਉਹਨਾਂ ਨੂੰ ਮਸ਼ੀਨਾਂ ਨੇ, ਉਹੀ ਨਹੀਂ ਮੁਹੱਈਆ ਕਰਾਈਆਂ। ਇਹ ਹਰ ਸਾਲ ਰੌਲਾ ਦਾ ਪਾਉਂਦੇ ਨੇ ਸਿੱਧੀ ਬਿਜਾਈ ਕਰਾਵੇਂ। ਮੈਨੂੰ ਦੱਸੋ ਕਿ ਇਹਨਾਂ ਨੇ ਹਰ ਇੱਕ ਬਲਾਕ ਦੇ ਵਿੱਚ ਕਿੰਨੀ ਕੁ ਸਿੱਧੀ ਬਿਜਾਈ ਕਰੀ ਹੈ? 100% ਦੇ ਵਿੱਚੋਂ ਕੀ ਇਹਨਾਂ ਨੇ 25-30% ਕੀਤੀ ਹੈ? ਇਹ ਸਿਰਫ ਇਹਨਾਂ ਦੀ ਕਾਗਜ਼ੀ ਗੱਲਾਂ ਦਿਖਾਉਣ ਦੀਆਂ ਨੇ। ਤੇ ਕਰਨ ਦੇ ਵਿੱਚ ਜੇ ਪ੍ਰੈਕਟੀਕਲ ਸਮਾਂ ਜ਼ਿਮੀਂਦਾਰ ਨੂੰ ਫਾਇਦਾ ਹੈ, ਜ਼ਿਮੀਂਦਾਰ ਨੂੰ ਫਾਇਦਾ, ਉਹਦਾ ਖਰਚਾ ਘਟੇਗਾ, ਬਹਾਈ ਘਟੇਗੀ, ਕੱਦੂ ਕਰੇਗਾ ਉਹ ਘਟੇਗਾ, ਬਿਜਲੀ ਦਾ ਪਾਣੀ ਘਟੇਗਾ, ਜਦ ਖੇਤਾਂ 'ਚ ਬੈਠ ਕੇ ਰਾਤ ਅੱਧੀ ਰਾਤ ਤੱਕ ਨੱਕੇ ਮੋੜਨੇ ਉਹ ਬਚਣਗੇ। ਪਰ ਇਹ ਸਾਧਨ ਤਾਂ ਮੁਹੱਈਆ ਕਰਨਾ, ਜਦ ਤੱਕ ਇਹ ਸਾਧਨ ਮੁਹੱਈਆ ਨਹੀਂ ਕਰਨਗੇ, ਇਹ ਇਕੱਲੇ ਬਲਾਕ ਪੱਧਰ ਤੇ, ਜਿੱਦਾਂ ਫਰਕ ਕਰੋ ਇੱਕ ਬਲਾਕ ਦੇ ਵਿੱਚ 100 ਪਿੰਡ ਪੈਂਦੇ ਨੇ, 100 ਪਿੰਡਾਂ ਦੇ ਵਿੱਚ ਇਹ 10-15 ਮਸ਼ੀਨਾਂ ਭੇਜਣ ਵੀ ਅੱਜ ਆਹ ਪਿੰਡ ਦੇ ਵਿੱਚ ਬਿਜਾਈ ਕਰਨੀ ਹੈ, ਜਾਂ ਕਿਉਂਕਿ ਜ਼ਿਆਦਾ ਟਾਈਮ ਲੱਗਦਾ। 1 ਘੰਟੇ ਦੇ ਵਿੱਚ 1 ਏਕੜ ਬਿਜਾਈ ਹੋ ਜਾਂਦੀ ਹੈ ਟਰੈਕਟਰ ਦੇ ਪਿੱਛੇ ਲੱਗ ਕੇ। ਪਰ ਇਹਨਾਂ ਕੋਲ ਸਾਧਨ ਹੀ ਨਹੀਂ ਹੈਗਾ। ਜਿਹਦੇ ਕੋਲ ਮਸ਼ੀਨ ਕੋਈ ਹੁੰਦੀ ਹੈ ਉਹ ਵੀ ਰੇਟ ਵਧਾ ਦਿੰਦਾ, ਕਹਿੰਦਾ ਨਹੀਂ ਜੀ ਮੇਰੇ ਤਾਂ ਫਲਾਣੀ ਥਾਂ ਤੇ ਬੀਜ ਰਹੀ ਹੈ, ਉਹ 1000 ਰੁਪਈਆ ਵਿਕੇ, ਮੈਂ ਤਾਂ 2 ਲਊਂਗਾ। ਉਹ 2 ਉਸ ਟਾਈਮ ਜ਼ਿਮੀਂਦਾਰ ਫਸਿਆ ਹੁੰਦਾ, ਉਹ 2 ਦੇਣ ਨੂੰ ਵੀ ਤਿਆਰ ਹੈ, 2.5 ਦੇਣ ਨੂੰ ਤਿਆਰ ਹੈ, ਕਿਉਂਕਿ ਸਮਾਂ, ਜੇ ਬਿਜਾਈ ਦਾ ਸਮਾਂ, ਉਹ ਵੇਲ ਦਾ, ਉਹ ਕਹਿੰਦੇ ਵੇਲੇ ਦੀ ਨਵਾਜ਼ ਕਵੇਲੇ ਦੀਆਂ ਟੱਕਰਾਂ ਵਾਲੀ ਗੱਲ ਹੁੰਦੀ ਹੈ। ਜ਼ਿਮੀਂਦਾਰ ਸੋਚਦਾ ਕਿ ਮੇਰੀ ਫਸਲ ਟਾਈਮ ਸਿਰ ਬੀਜੇ, 4 ਪੈਸੇ ਲੱਗ ਜਾਣਗੇ, ਕੋਈ ਫਰਕ ਨਹੀਂ ਪੈਂਦਾ। ਪਰ ਇਹ ਸਰਕਾਰ ਨੂੰ ਚਾਹੀਦਾ ਹੈ, ਖੇਤੀਬਾੜੀ ਮਹਿਕਮੇ ਨੂੰ ਚਾਹੀਦੇ ਆ, ਹਰ ਬਲਾਕ ਪੱਧਰ ਦੇ ਉੱਤੇ ਇਹਨਾਂ ਨੂੰ ਆਪਣੇ ਟਰੈਕਟਰ, ਜਿਹੜੇ ਕਿ ਆਪਣੇ ਟਰੈਕਟਰ, ਆਪਣੀਆਂ ਮਸ਼ੀਨਾਂ ਉਹਨਾਂ ਨੂੰ ਭੇਜਣ, ਜ਼ਿਮੀਂਦਾਰ ਤੋਂ ਪੈਸਾ ਲੈਣ, ਸੁਸਾਇਟੀਆਂ ਥਰੋ ਲਵੇ ਤੁਸੀਂ ਇੰਨੀ ਬੀਜੋ ਤੇ ਅਸੀਂ ਤੁਹਾਡੀ ਹੈਲਪ ਕਰਾਂਗੇ। ਨਹੀਂ, ਜੇਕਰ ਹੈਲਪ ਕਰਨਗੇ ਕੀ ਕਿਸਾਨ ਮੰਨ ਜਾਣਗੇ? ਜੱਜ ਬਿਆਨ ਦੇਣ ਤੱਕ ਹੀ ਆਪਣਾ ਮਕਸਦ ਰੱਖਦੇ ਨੇ। ਇਹ ਬਿਆਨ ਨਾ ਦੇਣ, ਉਹ ਪ੍ਰੈਕਟੀਕਲ। ਮੈਂ ਅੱਜ ਦੀ ਮੀਟਿੰਗ ਦੇ ਵਿੱਚ ਮਾਨ ਸਾਹਿਬ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਬੇਨਤੀ ਕਰਨਾ ਚਾਹਾਂਗਾ, ਜੇ ਤੁਸੀਂ ਸਿੱਧੀ ਬਿਜਾਈ ਕਰਾਉਣੀ ਹੈ, ਬਹੁਤ ਅੱਛੀ ਗੱਲ ਹੈ, ਕਰਾਉਣੀ ਚਾਹੀਦੀ ਹੈ, ਖਰਚਾ ਘੱਟਦਾ, ਪਰ ਉਹਦਾ ਜਿਹੜਾ ਹੈ ਮਸ਼ੀਨਰੀ ਮੁਹੱਈਆ ਕਰਾਓ ਤਾਂ ਕਿ ਕਿਸਾਨ ਉਹਦੀ ਬਿਜਾਈ ਕਰ ਸਕੇ।
ਜੀ ਜੀ ਬਿਲਕੁਲ ਬਿਲਕੁਲ। ਸੋ ਮਾਨ ਸਾਹਿਬ ਥੋੜੀ ਜਿਹੀ ਚਲੋ ਜਿਵੇਂ ਕਹਿੰਦੇ ਵੀ ਅੱਜ ਪਤਾ ਲੱਗਿਆ ਸੀ ਸਾਡੇ ਸੂਤਰਾਂ ਤੋਂ ਵੀ ਉੱਥੇ ਸਿੱਧੀ ਬਿਜਾਈ ਨੂੰ ਲੈ ਕੇ ਗੱਲ ਹੋ ਸਕਦੀ ਹੈ, ਜਾਂ ਫਿਰ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਸਮੇਂ ਬਿਜਾਈ ਨੂੰ ਜੋ ਝੋਨੇ ਦੀ ਬਿਜਾਈ ਹੈ ਉਹਨੂੰ ਲੈ ਕੇ ਜਾਂ ਝੋਨੇ ਦੀ ਲਵਾਈ ਹੈ ਉਹਨੂੰ ਲੈ ਕੇ ਗੱਲਬਾਤ ਹੋ ਸਕਦੀ ਹੈ। ਪਰ ਗੱਲ ਇਹ ਵੀ ਦੇਖਣ ਵਾਲੀ ਹੋਏਗੀ, ਜਿਵੇਂ ਹੁਣ ਸਾਡੇ ਖਾਨਪੁਰ ਸਾਹਿਬ ਨੇ ਕਿਹਾ ਵੀ ਇਹਦੇ ਵਿੱਚ ਮੁਸ਼ਕਿਲਾਂ ਬਹੁਤ ਨੇ ਕਿ ਕਿਸਾਨ ਇਹਨਾਂ ਉੱਪਰ ਗੱਲਾਂ ਨੂੰ ਮੰਨਣਗੇ ਜਾਂ ਨਹੀਂ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇ, ਸ਼ਾਮ ਤੱਕ ਪਤਾ ਲੱਗ ਜਾਏਗਾ। ਸੋ ਖਾਨਪੁਰ ਸਾਹਿਬ ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਾਨ ਸਾਹਿਬ ਬਹੁਤ ਬਹੁਤ ਧੰਨਵਾਦ। ਜੋ ਮੈਂ ਗੱਲਾਂ ਕੀਤੀਆਂ ਨੇ, ਮੈਂ ਆਪਣੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਅੱਜ ਮੀਟਿੰਗ ਦੇ ਵਿੱਚ ਡਟ ਕੇ ਸਟੈਂਡ ਲਓ, ਕੋਈ ਝੁਕਣ ਦੀ ਲੋੜ ਨਹੀਂ, ਕਿਉਂਕਿ ਤੁਹਾਡੇ ਨਾਲ ਬੀਤਣੀ ਆ, ਮੈਂ ਵੀ ਕਿਸਾਨ ਆ, ਆਪਣੇ ਨਾਲ ਬੀਤਣੀ ਹੈ। ਜੇ ਆਪਾਂ ਉਹੀਓ ਸੀਐਮ ਦੇ ਨਾਲ ਚਾਹ ਦਾ ਕੱਪ ਪੀ ਕੇ ਗਏ ਸੀਐਮ ਨੂੰ ਮਿਲ ਆਓ, ਕਿਉਂਕਿ ਸਿਆਸੀ ਬੰਦੇ ਤਾਂ ਸਿਰਫ ਇੱਕ ਖਬਰ ਬਟੋਰਨ ਵਾਸਤੇ ਜਾਂ ਵੱਡੀ ਹਾਈਲਾਈਟ ਖਬਰ ਕਰਨ ਵਾਸਤੇ ਸਾਰੇ ਗੱਲ ਕਰਦੇ, ਆਪਣੇ ਹਿੱਤਾਂ ਲਈ ਦੇਖੋ। ਆਪਾਂ ਤਾਂ ਪਹਿਲੇ ਹੀ ਮਰੇ ਚੁੱਕੇ ਆ, ਸਾਨੂੰ ਬਿਜਲੀ ਸਾਨੂੰ ਨਹੀਂ ਮਿਲਦੀ, ਫਸਲ ਦਾ ਝਾੜ ਸਾਡੀ ਦਾ ਘਟ ਗਿਆ, ਕਰਜ਼ੇ ਸਾਡੇ ਦੇ ਦਬੇ ਬੈਠੇ ਆ। ਇਸ ਲਈ ਅੱਜ ਦੀ ਮੀਟਿੰਗ ਤਕੜਾ ਸਟੈਂਡ ਹੈ, ਕਿਸਾਨੀ ਦੇ ਹੱਕ ਦੇ ਵਿੱਚ ਭੁਗਤੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸੋ ਇਹ ਸਨ ਸਿੱਖ ਵਿਦਵਾਨ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਵੜਿੰਗ ਸਾਹਿਬ, ਜਿਨ੍ਹਾਂ ਨੇ ਪੰਜਾਬ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ। ਉਮੀਦ ਹੈ ਉਹਨਾਂ ਦੁਆਰਾ ਕੀਤੀ ਹੋਈ ਚਰਚਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਈ ਹੋਵੇਗੀ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਹੋਏਗੀ ਸਾਡੀ ਮੁਲਾਕਾਤ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।